ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर ਜੁਆਇਨਿੰਗ ਮੀ। ਬਹੁਤ ਜ਼ਰੂਰੀ ਗੱਲ ਅੱਜ ਤੁਹਾਡੇ ਨਾਲ ਕਰਨੀ ਹੈ ਕਿ ਵਾਕਈ ਜਦੋਂ ਕੋਈ ਸਿੱਖ ਚਾਈਲਡ ਜਾਂ ਸਿੱਖ ਫੈਮਿਲੀ ਮੈਂਬਰ ਜਾਂ ਕੋਈ ਸੀਨੀਅਰ ਐਲਡਰਲੀ ਜਿਹੜਾ ਸਾਡੇ ਘਰ ਦਾ ਉਹ ਜਦੋਂ ਬਿਮਾਰ ਹੋ ਜਾਣ, ਥੋੜੀ ਪ੍ਰੋਲੋਂਗਡ ਹੋ ਜਾਏ ਬਿਮਾਰੀ, ਕਿੰਨਾ ਘਰ ਦੇ ਵਿੱਚ ਮੁਸ਼ਕਿਲ ਹੋ ਜਾਂਦਾ ਹੈ। ਇੱਕ ਜ਼ਮਾਨਾ ਸੀ ਆਈ ਮੀਨ ਸਾਡੇ ਤੋਂ ਪਹਿਲੇ ਤੇ ਡੈਫੀਨੇਟਲੀ ਜਿਸ ਤਰ੍ਹਾਂ ਕਮਿਊਨਿਟੀ ਸੀਗੀ, ਕਹਿੰਦੇ ਨੇ ਕਿ ਪਿੰਡ ਕੋਈ ਵੀ ਮੁਸ਼ਕਿਲ ਆਏ ਇੱਕ ਘਰ ਦੇ ਵਿੱਚ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ, ਸਾਰਾ ਪਿੰਡ ਧਿਆਨ ਰੱਖਦਾ ਸੀ। ਇਹ ਨਹੀਂ ਹੁੰਦਾ ਸੀ ਵੀ ਫਲਾਣੇ ਘਰ ਵਿੱਚ ਜ਼ਰੂਰਤ ਹੈ ਤੇ ਉਹ ਆਪਣੇ ਆਪ ਹੀ ਜੂਝਣ। ਪਰ ਮੈਨੂੰ ਆਪਣਾ ਬਚਪਨ ਵੀ ਯਾਦ ਹੈ। ਮੈਂ ਮਮ ਵਾਜ਼ ਟੀਚਿੰਗ ਤੇ ਮੈਂ ਬਿਮਾਰ ਹੋਵਾਂ, ਮੈਨੂੰ ਬੜੀਆਂ ਕਲੀਅਰਲੀ ਯਾਦ ਹੈ ਕਿ ਸਵੇਰੇ ਉੱਠਣਾ 'ਚ ਉਹ ਫਲੂ ਜਿਹਾ ਫੈਲਿਆ ਹੋਇਆ, ਬੁਖਾਰ ਚੜਿਆ ਹੋਇਆ, ਅੱਜ ਸਕੂਲ ਨਹੀਂ ਭੇਜ ਸਕਦੇ। ਸੋ ਹੁਣ ਕੀ ਕਰੀਏ। ਆਈ ਰਿਮੈਂਬਰ ਮॉम ਜਲਦੀ ਤਿਆਰ ਹੋ ਰਹੇ ਹੈ ਔਰ ਸਾਹਮਣੇ ਵਾਲਿਆਂ ਦਾ ਘਰ ਨੌਕ ਕਰਕੇ ਦੱਸ ਰਹੇ ਅੱਜ ਘਰ ਹੈ, ਅਰਵਿੰਦ ਅੱਜ ਘਰ ਹੈ, ਤੁਸੀਂ ਦੇਖ ਲੈਣਾ। ਤੇ ਉਹ ਫਿਰ ਨਾਲ ਵਾਲਿਆਂ ਨੂੰ ਵੀ ਦੱਸ ਰਹੇ। ਸੋ ਵਾਰੀ ਬੜੇ ਸੋਹਣਾ, ਜਿਵੇਂ ਰੋਟੀ ਜਦੋਂ ਬਣੀ ਹੈ ਪੂਰੀ ਥਾਲੀ ਤਿਆਰ ਕਰਕੇ, ਉਹ ਸਾਹਮਣੇ ਸਾਡੇ ਕੋਈ ਹਰਸ਼ ਦੀਦੀ ਰਹਿੰਦੇ ਹੁੰਦੇ ਸੀ, ਉਹਨਾਂ ਦੇ ਮੰਮਾ ਸਾਰਾ ਕੁਝ ਬਣਾ ਕੇ ਹਰਸ਼ ਦੀਦੀ ਨੂੰ ਭੇਜ ਦਿੰਦੇ ਸੀ ਔਰ ਉਹ ਮੇਰੇ ਸਾਹਮਣੇ ਲਿਆ ਕੇ ਰੋਟੀ ਵਗੈਰਾ ਲੈ ਆਉਂਦੇ ਸੀ ਔਰ ਫਿਰ ਮੇਰੇ ਨਾਲ ਗੱਲਾਂ ਮਾਰਦੇ ਰਹਿੰਦੇ ਸੀ ਐਜ਼ ਇਫ ਟੂ ਚੀਅਰ ਮੀ ਅਪ। ਔਰ ਇਸੇ ਤਰ੍ਹਾਂ ਇੱਕ ਹੋਰ ਸਾਹਮਣੇ ਆਂਟੀ ਹੁੰਦੇ ਸੀ, ਉਹਨਾਂ ਦਾ ਬੇਟਾ ਥੋੜਾ ਸਪੈਸ਼ਲ ਸੀ, ਉਹਨੂੰ ਨਾਲ ਲੈ ਕੇ ਥੋੜੀ ਦੇਰ ਮੇਰੇ ਵਾਸਤੇ ਜਸਟ ਟੂ ਸਿਟ ਡਾਊਨ ਗੱਲਾਂ ਮਾਰਨਗੇ, ਬੈਠਣਗੇ ਵੀ ਇਕੱਲੀ ਬਿਮਾਰ ਘਰ ਨਾ ਰਵੇ। ਸੋ ਉਹ ਚਲੋ ਮੰਨਿਆ ਕਿ ਥੋੜੀ ਦੇਰ ਹੁੰਦਾ ਸੀ। ਮੇਰੀ ਸਿਸਟਰ ਬੜੀ ਬਿਮਾਰ ਹੋ ਜਾਂਦੀ ਸੀ ਤਾਂ ਮਮਾ ਨੂੰ ਕਿੰਨੀ ਮੁਸ਼ਕਿਲ ਹੁੰਦੀ ਸੀ ਕਿ ਕੰਮ ਤੇ ਜਾਣ, ਲੰਬੀ ਛੁੱਟੀ ਨਹੀਂ ਮਿਲ ਸਕਦੀ। ਐਂਡ ਜਦੋਂ ਵੀ ਕੋਈ ਬਿਮਾਰ ਹੁੰਦਾ ਖਰਚੇ ਵੀ ਵਧੇ ਹੁੰਦੇ ਹੈ। ਸੋ ਨੋਟ ਓਨਲੀ ਕਿ ਉਹ ਇੱਕ ਇਮੋਸ਼ਨਲ ਮੁਸ਼ਕਿਲ ਹੈ, ਇੱਕ ਫਿਜ਼ੀਕਲ ਮੁਸ਼ਕਿਲ ਹੈ, ਫਾਈਨੈਂਸ਼ੀਅਲ ਸਟ੍ਰੈਸ ਵੀ ਬਹੁਤ ਹੁੰਦਾ ਹੈ। ਸੋ ਅੱਜ ਸਿਰਫ ਇਹੀ ਗੱਲ ਕਰ ਰਹੇ ਹਾਂ ਕਿ ਅੱਜ ਦੇ ਯੁੱਗ ਵਿੱਚ ਇਸ ਜਿਹੜੀ ਕ੍ਰੇਜ਼ੀਨੈਸ ਹੈ, ਜਿਹੜੀ ਦੌੜ 'ਚ ਅਸੀਂ ਲੱਗੇ ਹੋਏ ਹਾਂ, ਹਰ ਬੰਦਾ ਜੌਬ 'ਤੇ ਜਾ ਰਿਹਾ ਹੈ, ਹਰ ਬੰਦੇ ਦਾ ਇੰਨਾ ਸ਼ੈਡਿਊਲਡ ਡੇਜ਼ ਹੁੰਦੇ ਆ ਵੀ ਇਸ ਦਿਨ ਇਹ ਕਰਨਾ ਹੈ ਔਰ ਉਹਦੇ ਵਿੱਚ ਅਗਰ ਕੋਈ ਫੈਮਿਲੀ ਮੈਂਬਰ ਪ੍ਰੋਲੋਂਗਡ ਸਿਕਨੈਸ ਦਾ ਸ਼ਿਕਾਰ ਹੋ ਜਾਏ ਤੇ ਉਹ ਸਟ੍ਰੈਸ ਸਾਰੀ ਫੈਮਿਲੀ ਵਾਸਤੇ ਕਿੰਨਾ ਜ਼ਿਆਦਾ ਹੈ। ਕਿਉਂਕਿ ਉਹ ਜ਼ਮਾਨਾ ਤਾਂ ਹੈ ਨਹੀਂ ਕਿ ਇਰਦ ਗਿਰਦ ਰਹਿ ਰਹੇ ਹਾਂ, ਨੌਕ ਕੀਤਾ ਤੇ ਚਲੋ ਆਪ ਚਲੇ ਗਏ ਔਰ ਤੁਹਾਨੂੰ ਪੂਰੀ ਤਰ੍ਹਾਂ ਬੇਫਿਕਰੀ ਹੈ ਕਿ ਨਾਲ ਦੀਆਂ ਆਂਟੀਆਂ, ਨਾਲ ਦੇ ਦੀਦੀ ਸਾਰਾ ਧਿਆਨ ਰੱਖ ਲੈਣਗੇ। ਹੁਣ ਕਿਵੇਂ ਕਰਦੇ ਹਾਂ ਪਲੀਜ਼, ਬਹੁਤ ਜ਼ਰੂਰੀ ਹੈ। ਕਿਉਂਕਿ ਮੈਨੂੰ ਪਿੱਛੇ ਇੱਕ ਬੜੇ ਕਲੋਜ਼ ਫਰੈਂਡ ਹੈ ਜਿਨ੍ਹਾਂ ਦੇ ਦੋਨੋਂ ਪੇਰੈਂਟਸ ਕਾਫੀ ਜ਼ਿਆਦਾ ਬਿਮਾਰ ਸੀਗੇ ਔਰ ਹੁਣ ਐਕਚੁਅਲੀ ਦੋਨੋਂ ਬਜ਼ੁਰਗ ਵੀ ਕਾਫੀ ਸੀ, ਅਬਵ 90 ਸੀਗੇ, ਟੋਟਲੀ ਡਿਸੇਬਲਡ ਸੀਗੇ। ਬਹੁਤ ਸਾਲਾਂ ਤੋਂ ਹੀ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੇ ਕੁਛ ਬਾਹਰ ਜਾ ਕੇ ਕੀਤਾ ਹੀ ਨਹੀਂ। ਹੀ ਸੈਡ ਆਈ ਕੁਡਨਟ ਸਟੈਪ ਆਊਟ ਆਫ ਦਾ ਹਾਊਸ, ਜਾ ਹੀ ਨਹੀਂ ਸਕੇ ਕਿਤੇ। ਪਰ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕਿੰਨਾ ਮੈਂਟਲ ਤੁਸੀਂ ਇੱਕ ਸਟ੍ਰੈਸ ਹੈ ਉਹਦੇ ਥਰੂ ਨਿਕਲਦੇ ਹੋ। ਔਰ ਬੜੇ ਸਾਰੇ ਮੇਰੇ ਕੋਲ ਆਪਣੇ ਫਸਟ ਹੈਂਡ ਪ੍ਰੂਫਸ ਹੈਗੇ ਹੈ, ਐਗਜ਼ਾਮਪਲਸ ਹੈਗੇ ਹੈ ਜਿਹੜੇ ਸਾਡੀ ਫੈਮਲੀਜ਼ ਦੇ ਵਿੱਚ, ਫਰੈਂਡਸ ਦੇ ਵਿੱਚ, ਕਿ ਲੋਕਾਂ ਨੇ ਆਪਣੇ ਕਿਸੇ ਸਿੱਖ ਪੇਰੈਂਟ ਕਰਕੇ ਜਾਂ ਇੱਕ ਬੱਚਾ ਜਿਹੜਾ ਆਟਿਸਟਿਕ ਹੈ, ਸਪੈਸ਼ਲ ਹੈ, ਜਿਹਦੇ ਕਰਕੇ ਤੁਹਾਨੂੰ ਪੂਰਾ ਉਹਦਾ ਧਿਆਨ ਰੱਖਣਾ ਹੀ ਪੈਣਾ। ਇੰਡੀਆ ਦੇ ਵਿੱਚ ਆਈ ਹੈਡ ਅ ਵੈਰੀ ਕਲੋਜ਼ ਫਰੈਂਡ ਜਿਨ੍ਹਾਂ ਦੀ ਸਿਸਟਰ ਇਨ ਸੀਗੀ, ਉਹਨਾਂ ਦੇ ਮਦਰ ਨੇ ਮੈਨੂੰ ਲੱਗਦਾ ਹੈ ਕਿ ਸਭ ਨੂੰ ਇਗਨੋਰ ਕੀਤਾ ਪਰ ਉਹਨਾਂ ਨੂੰ ਉਹ ਕੀਤਾ। ਸੋ ਇਹ ਸਾਰੀਆਂ ਚੀਜ਼ਾਂ, ਔਰ ਉਸ ਵੇਲੇ ਅਗਰ ਕਿਸੇ ਤਰ੍ਹਾਂ ਦੀ ਮਦਦ ਕਮਿਊਨਿਟੀ ਜਾਂ ਗਵਰਨਮੈਂਟ ਜਾਂ ਕੋਈ ਹੋਰ ਕਰ ਸਕਦਾ ਹੈ, ਦੈਟ ਵੁੱਡ ਬੀ ਸੋ ਵੰਡਰਫੁਲ। ਬਿਕੋਜ਼ ਬੜਿਆਂ ਨੂੰ ਦੇਖਿਆ, ਐਗਜ਼ਾਮਪਲਸ ਬੜੇ ਕਲੀਅਰ ਮੇਰੇ ਦਿਮਾਗ ਦੇ ਵਿੱਚ ਘੁੰਮ ਰਹੇ ਨੇ, ਬੜੇ ਸਾਰੇ ਜਿਹੜੇ ਕਿ ਕੁਛ ਬਣਨਾ ਚਾਹੁੰਦੇ ਸੀ, ਐਸਪੀਰੇਸ਼ਨ ਸੀਗੀਆਂ, ਗੋਲਸ ਹਨ। ਲੋਕਾਂ ਨੇ ਉਹਨੂੰ ਗੋਲਸ, ਐਸਪੀਰੇਸ਼ਨਸ ਚੁੱਕ ਕੇ ਇੱਕ ਸਾਈਡ 'ਤੇ ਕੀਤੀਆਂ ਕਿ ਨਹੀਂ, ਪ੍ਰਾਇਰਟੀ ਹੈ ਕਿ ਪਹਿਲੇ ਮੈਂ ਇਸ ਸਿੱਖ ਮੈਂਬਰ ਨੂੰ ਦੀ ਕੇਅਰ ਕਰਨੀ ਹੈ। ਸੋ ਐਵੇਂ ਨਹੀਂ ਕਿਹਾ ਕਿ ਕੇਅਰ ਟੇਕਰਸ ਜਿਹੜੇ ਹੈ, ਜਿਸ ਦਾ ਕਦੀ ਪ੍ਰੋਬਲਮ ਆਉਂਦੀ ਹੈ ਜਦੋਂ ਤੰਦਰੁਸਤੀ ਵੱਲੋਂ, ਹੈਲਥ ਵੱਲੋਂ, ਜੋ ਤੁਹਾਡੀ ਕੇਅਰ ਕਰ ਰਿਹਾ ਉਹਦੇ 'ਤੇ ਇੰਨਾ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ, ਤੁਹਾਡੀ ਰਿਕਵਰੀ ਕਿਹੋ ਜਿਹੀ ਹੈ ਔਰ ਤੁਸੀਂ ਕਿਸ ਤਰ੍ਹਾਂ ਅੱਗੋਂ ਤੁਹਾਡਾ ਫਿਊਚਰ ਤੁਹਾਨੂੰ ਕੀ ਲੱਗਦਾ ਹੈ, ਬਲੀਕ ਲੱਗਦਾ ਹੈ, ਹੋਪਫੁਲ ਲੱਗਦਾ ਹੈ
ਕਿ ਹੋਪਲੈਸਨੈਸ ਲੱਗਦਾ ਹੈ, ਲਾਈਕ ਹੋਪਲੈਸ ਲੱਗਦਾ ਹੈ ਕਿ ਹਾਂ ਪਤਾ ਨਹੀਂ ਇਸ ਤੋਂ ਬਾਅਦ ਕੀ ਹੋਣਾ ਹੈ, ਇੱਕ ਡਿਪਰੈਸਿਵ ਲੱਗਦਾ ਹੈ। ਇਹ ਸਾਰਾ ਕੇਅਰ ਟੇਕਰ ਤੇ ਕਿੰਨਾ ਭਾਰ ਹੈ, ਐਂਡ ਫਿਰ ਉਹਨਾਂ ਦੀ ਆਪਣੀ ਤੰਦਰੁਸਤੀ ਵੀ ਕਿੰਨੀ ਇੰਪੋਰਟੈਂਟ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ। ਸੋ ਆਈ ਐਮ ਰੀਅਲੀ ਰਿਕੁਐਸਟਿੰਗ ਯੂ ਕਿ ਜ਼ਰੂਰ ਸਾਡੇ ਨਾਲ ਸਾਰੇ ਸ਼ੇਅਰ ਕਰੋ ਕਿ ਕੋਈ ਘਰ ਦਾ ਮੈਂਬਰ ਅਗਰ ਇਸ ਤਰ੍ਹਾਂ ਹੋ ਜਾਂਦਾ ਹੈ, ਭਾਵੇਂ ਇੱਕ ਬੱਚਾ ਹੈ, ਭਾਵੇਂ ਇੱਕ ਅਡਲਟ ਹੈ, ਸੀਨੀਅਰ ਪੇਰੈਂਟ ਹੈਗਾ, ਜਾਂ ਕੋਈ ਰਿਸ਼ਤੇਦਾਰੀ ਦੇ ਵਿੱਚ ਕੋਈ ਫੈਮਿਲੀ ਮੈਂਬਰ ਹੈ ਜਿਹਦੇ ਵਿੱਚ ਤੁਹਾਨੂੰ ਸਮਹਾਓ ਯੂ ਹੈਵ ਬੀਨ ਚੋਜ਼ਨ ਕਿ ਤੁਸੀਂ ਉਹਨਾਂ ਦੇ ਕੇਅਰ ਟੇਕ ਕਰੋ। ਕਿਸ ਤਰ੍ਹਾਂ ਮੈਨੇਜ ਕਰਦੇ ਹੋ, ਕਿਵੇਂ ਬੈਲੈਂਸ ਕਰਦੇ ਹੋ ਲਾਈਫ ਨੂੰ ਉਸ ਵੇਲੇ? ਔਰ ਕਦੀ ਇਸ ਤਰ੍ਹਾਂ ਦਾ ਮੌਕਾ ਆਇਆ, ਪਹਿਲੇ ਕਦੀ ਆਇਆ, ਹੁਣ ਅਗਰ ਆ ਰਿਹਾ ਤੇ ਕੀ ਕੀਤਾ? ਵਾਟ ਡਿਡ ਯੂ ਡੂ? ਕੋਈ ਟਿਪਸ ਹੋਣ, ਕੋਈ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ, ਬਹੁਤ ਜ਼ਰੂਰੀ ਹੈ। ਔਰ ਮੈਂ ਤੁਹਾਡੇ ਨਾਲ ਕਿਸੇ ਨੂੰ ਮਿਲਾਵਾਂਗੀ ਵੀ ਜਿਹੜੇ ਕਿ ਸ਼ਾਇਦ ਸਾਨੂੰ ਇਨਫੋਰਮੇਸ਼ਨ ਦੇ ਸਕਣ ਕਿ ਗਵਰਨਮੈਂਟਸ ਵੱਲੋਂ ਵੀ ਪਲਾਨਸ ਹੈਗੇ ਹੈ ਔਰ ਪ੍ਰੋਬਬਲੀ ਸਾਨੂੰ ਪਤਾ ਨਹੀਂ ਹੁੰਦੇ, ਕਿਉਂਕਿ ਇਹ ਜਿਹੜੀ ਲੜਾਈ ਹੈ ਖਾਸ ਤੌਰ 'ਤੇ ਅੱਜ ਦੇ ਯੁੱਗ ਵਿੱਚ ਜਿੱਥੇ ਹਰ ਬੰਦੇ ਨੂੰ ਇਨਕਮ ਚਾਹੀਦੀ ਹੈ, ਹਰ ਬੰਦੇ ਨੂੰ ਹਰ ਮੈਂਬਰ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਟੂ ਬ੍ਰਿੰਗ ਸਮ ਮਨੀ ਹੋਮ, ਉਸ ਵੇਲੇ ਅਗਰ ਇੱਕ ਬੰਦਾ ਵੈਸੇ ਬਿਮਾਰ ਪੈ ਜਾਏ ਔਰ ਦੂਸਰਾ ਉਹਦੀ ਕੇਅਰ ਦੇ ਵਿੱਚ ਲੱਗ ਜਾਏ ਤੇ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਹਰ ਐਸਪੈਕਟ ਨਾਲ। ਐਂਡ ਸਪਿਰਿਚੁਅਲੀ ਆਲਸੋ ਤੁਸੀਂ ਇੱਕ, ਕਿਉਂਕਿ ਸਾਡੇ ਕਲਚਰ 'ਚ ਇਸ ਚੀਜ਼ ਦਾ ਇੰਨਾ ਇੰਪੋਰਟੈਂਸ ਹੈ, ਅਸੀਂ ਅਗਰ ਨਹੀਂ ਕਰ ਸਕਦੇ ਤੇ ਅਸੀਂ ਕਿੰਨਾ ਗਿਲਟੀ ਫੀਲ ਕਰਦੇ ਹਾਂ, ਕਿੰਨਾ ਆਪਣੇ ਆਪ ਨੂੰ ਅਸੀਂ ਉਹ ਕਰਦੇ ਹਾਂ ਕਿ ਹਾਏ ਮੇਰੀ ਇਹ ਸਿਚੁਏਸ਼ਨ ਆਈ ਪਰ ਮੈਂ ਕਰ ਨਹੀਂ ਸਕਿਆ। ਐਂਡ ਉੱਪਰੋਂ ਇਸ ਵਰਲਡ ਦੀ ਵੀ ਥੋੜ੍ਹੀ ਜਿਹੀ ਜ਼ਰੂਰ ਕਾਂਟ ਇਵਨ ਸੇ ਕਿ ਗਲਤੀ ਹੈ, ਬਟ ਪ੍ਰਾਇਰਟੀਜ਼ ਅਸੀਂ ਕਿੰਨੀ ਵਾਰੀ ਪ੍ਰਾਇਰਟਾਈਜ਼ ਕਰਨਾ ਵੀ ਚਾਹੁੰਦੇ ਹਾਂ ਤੇ ਸ਼ਾਇਦ ਨਹੀਂ ਕਰਦੇ, ਜਾਂ ਕਈ ਵਾਰੀ ਐਕਸਕਿਊਜ਼ ਵੀ ਦਿੰਦੇ ਹਾਂ ਕਿ ਜ਼ਿੰਦਗੀ ਦੀ ਐਕਸਕਿਊਜ਼ ਦੇ ਵਿੱਚ ਅਸੀਂ ਉਸ ਚੀਜ਼ ਨੂੰ ਪ੍ਰਾਇਰਟਾਈਜ਼ ਨਹੀਂ ਕਰਦੇ। ਔਰ ਕਿਉਂਕਿ ਉਹ ਵੀ ਦੇਖ ਰਹੇ ਹਾਂ ਸੀਨੀਅਰਸ ਕਿਸ ਤਰ੍ਹਾਂ ਉਹਨਾਂ ਦਾ ਪੂਰਾ ਖਿਆਲ ਨਹੀਂ ਰੱਖਿਆ ਜਾ ਰਿਹਾ, ਉਹ ਸਾਰਾ ਕੁਛ ਵੀ ਚੱਲਦਾ ਆ ਰਿਹਾ। ਸੋ ਜ਼ਰੂਰ ਪਲੀਜ਼ ਕਾਲ ਕਰੋ, ਸ਼ੇਅਰ ਕਰੋ। ਮੈਂ ਇੰਝ ਕਰਦੀ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈਂਦੀ ਹਾਂ, ਤੁਹਾਡੀ ਕਾਲਾਂ ਦਾ ਇੰਤਜ਼ਾਰ ਰਹੇਗਾ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕੀ ਹੈਗਾ, ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਜਸਟ ਕੋਈ ਸਵਾਲ ਮੰਚ ਹੋਏ ਤਾਂ ਕਰ ਸਕਦੇ ਹੋ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਸਾਨੂੰ ਪਤਾ ਹੈ ਕਿ ਡਾਕਟਰਸ ਅਸੀਂ ਬਹੁਤ ਹਮੇਸ਼ਾ ਤੋਂ ਸੁਣਦੇ ਹਾਂ ਕਿ ਮਸੀਹਾ ਹੁੰਦੇ ਨੇ, ਡਾਇਗਨੋਜ਼ ਕਰਦੇ ਨੇ, ਟ੍ਰੀਟਮੈਂਟ ਕਰਦੇ ਨੇ। ਨਰਸਿਸ ਕਿੰਨੀ ਮਿਹਨਤ ਕਰਦੀਆਂ ਨੇ, ਹੀਲ ਕਰਦੀਆਂ ਨੇ, ਬਟ ਕੇਅਰ ਗਿਵਰਸ ਜਿਹੜੇ ਤੁਹਾਡੇ ਫੈਮਿਲੀ ਮੈਂਬਰਸ ਜਿਹੜੇ ਹੈ ਜਾਂ ਰਿਲੇਟਿਵ ਹੈ ਜਿਹੜਾ ਤੁਹਾਡਾ ਧਿਆਨ ਰੱਖਦੇ ਹੈ, ਦੇ ਮੇਕ ਸੈਂਸ ਆਊਟ ਆਫ ਦ ਹੋਲ ਥਿੰਗ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਸ ਵੇਲੇ ਕੀ ਕਰਨਾ ਹੈ, ਐਂਡ ਇਮੋਸ਼ਨਲ ਇਨਵੋਲਵਮੈਂਟ ਵੀ ਹੈ। ਸੋ ਬੜਾ ਇੱਕ ਬਹੁਤ ਹੀ ਮੁਸ਼ਕਿਲ ਔਰ ਬਹੁਤ ਹੀ ਜ਼ਰੂਰੀ ਇੱਕ ਕੰਪੈਸ਼ਨ ਨਾਲ ਭਰਿਆ ਹੋਇਆ ਇੱਕ ਰੋਲ ਹੈ ਜਿਹੜਾ ਕਿ ਸ਼ਾਇਦ ਡੈਸਟਨੀ ਤੁਹਾਨੂੰ ਉਸ ਜਗ੍ਹਾ 'ਤੇ ਕੋਈ ਰੋਲ ਉਸ ਵਾਸਤੇ ਤੁਸੀਂ ਤਿਆਰ ਨਹੀਂ ਹੁੰਦੇ, ਅਚਾਨਕ ਤੁਹਾਨੂੰ ਦਿੱਤਾ ਜਾਂਦਾ। ਸੋ ਬਹੁਤ ਇੰਪੋਰਟੈਂਟ ਰੋਲ ਹੈ। ਮੈਂ ਲੈਟ ਮੀ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਕੀ ਸ਼ੇਅਰ ਕਰਨਗੇ ਇਸ ਵੇਲੇ। ਲੈਟ ਮੀ ਸੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਪ੍ਰੀਤ। ਥੈਂਕ ਯੂ ਸੋ ਮਚ ਫॉर ਕਾਲਿੰਗ ਜਸਪ੍ਰੀਤ। ਦੱਸੋ। ਥੈਂਕ ਯੂ ਜੀ। ਮੈਂ ਕਹਾਂਗੀ ਅੱਜ ਬਹੁਤ ਅੱਛਾ ਸਵਾਲ ਲੈ ਕੇ ਆਏ ਹੋ, ਬਿਕਾਜ਼ ਕਾਫੀ ਲੋਕਾਂ ਨੂੰ ਇਹ ਆਪਣੇ ਘਰਾਂ ਦੇ ਵਿੱਚ ਕੁਛ ਨਾ ਕੁਛ, ਚਾਹੇ ਬੱਚੇ ਦਾ ਹੋਏ ਚਾਹੇ ਬਜ਼ੁਰਗ ਦਾ, ਦੇ ਨੀਡ ਹੈਲਪ ਇਨ ਦਿਸ ਏਰੀਆ। ਜੀ ਬਿਲਕੁਲ। ਤੇ ਤੁਸੀਂ ਠੀਕ ਕਹਿੰਦੇ ਹੋ, ਜਿਹੜੇ ਇੰਡੀਆ ਤਾਂ ਗੱਲ ਵੱਖਰੀ ਸੀ, ਪਰ ਇਸ ਮੁਲਕ ਦੇ ਵਿੱਚ ਨਾ ਉਹ ਨਾ ਜ਼ਿਆਦਾ ਮੈਂ ਕਹਾਂਗੀ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਇਸ ਚੀਜ਼ ਬਾਰੇ ਜੀ, ਉਹਨਾਂ ਜ਼ਿਆਦਾ ਪਾਵਰਫੁਲ ਫੀਲ ਕਰੋਗੇ। ਐਬਸੋਲੂਟਲੀ ਜਸਪ੍ਰੀਤ। ਹੈਗਾ ਅਵੇਲੇਬਿਲਿਟੀ ਕੀ ਹੈਗੀ ਹੈ, ਕੀ ਰਿਸੋਰਸਿਸ ਹੈਗੇ ਆ ਜੀ, ਤੇ ਤੁਸੀਂ ਹੋਪਲੈਸ ਨਹੀਂ ਫੀਲ ਕਰੋਗੇ। ਤੇ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ, ਜਿਹੜਾ ਕੇਅਰ ਟੇਕਰ ਹੁੰਦਾ ਉਹ ਜਿਹੜਾ ਬੱਚੇ ਦਾ ਕੇਅਰ ਕਰ ਰਿਹਾ ਉਹ ਬਹੁਤ ਇੰਪੋਰਟੈਂਟ ਹੈਗਾ। ਬਈ ਉਹ ਤੁਹਾਨੂੰ ਸਾਰਾ ਟਾਈਮ, ਤੁਸੀਂ ਜ਼ਿਆਦਾ ਟਾਈਮ ਉਹਦੇ ਨਾਲ ਹੁੰਦੇ ਹੋ, ਤੁਸੀਂ ਪੋਜ਼ਿਟਿਵ ਰਹਿੰਦੇ ਹੋ, ਹੋਪਫੁਲ ਰਹਿੰਦੇ ਹੋ,
ਉਹ ਬੰਦੇ ਦਾ ਬਹੁਤ ਉਹ ਆਪ ਸੇ ਡਿਪਰੈਸ ਨਹੀਂ ਫੀਲ ਕਰਦਾ। ਰਾਈਟ, ਤੇ ਆਈ ਅੰਡਰਸਟੈਂਡ। ਮੈਂ ਤਾਂ- ਜਸਪ੍ਰੀਤ, ਤੁਸੀਂ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਵੀ ਕਰ ਸਕਦੇ ਹੋ, ਕਿਉਂਕਿ ਇਹ ਜਿਹੜਾ ਕੇਅਰ ਗਿਵਰ ਔਰ ਪੇਸ਼ੈਂਟ ਇਨ ਅ ਵੇ ਜੋ ਵੀ ਜਿਸ ਦੀ ਕੇਅਰ ਹੋ ਰਹੀ ਹੈ, ਭਾਵੇਂ ਉਹਨੂੰ ਪੇਸ਼ੈਂਟ ਕਹੀਏ ਜਾਂ ਕਈ ਵਾਰੀ ਏਜ ਕਰਕੇ ਹੀ ਉਹ ਡਿਸੇਬਲ ਹੈਗੇ ਹੈ ਜਾਂ ਕਿਸੇ ਹੋਰ ਬਿਮਾਰੀ ਕਰਕੇ ਹੈ, ਉਹਨਾਂ ਦਾ ਦੋਨਾਂ ਦਾ ਇੱਕ ਦੂਜੇ ਦੇ ਉੱਤੇ ਜਿਹੜਾ ਪ੍ਰਭਾਵ ਹੈ ਉਹ ਇੰਨਾ ਇੰਪੋਰਟੈਂਟ ਹੈ। ਸੋ ਤੇ ਕੀ ਸ਼ੇਅਰ ਮੈਂ ਕਰਾਂ? ਕਹਾਂ ਦੇਖਿਆ ਹਾਂਜੀ ਫਰੈਂਡਸ, ਕੁਝ ਬੱਚੇ ਕੁਝ ਡੈਡ ਦੇ ਵੀ, ਤੇ ਇੱਕ ਚੀਜ਼ ਸਾਨੂੰ ਪਤਾ ਨਹੀਂ ਹੈਗੀ, ਤੁਸੀਂ ਆਨਲਾਈਨ ਵੀ ਦੇਖ ਸਕਦੇ ਹੋ ਆਪਣੇ ਸਟੇਟ ਆਪਣੇ ਕਾਉਂਟੀ 'ਚ ਸੋਸ਼ਲ ਸਰਵਿਸਿਜ਼ ਡਿਪਾਰਟਮੈਂਟ ਜੇ ਹੈਗੀ ਹੈ ਜਾਂ ਪਰ ਮੈਂ ਕਹਾਂਗੀ ਇੱਕ ਚੀਜ਼ ਹੈਗੀ ਆ, ਕਈਆਂ ਨੂੰ ਪਤਾ ਨਹੀਂ, ਉਹ CNA ਕਹਿੰਦੇ ਆ ਉਹਨਾਂ ਨੂੰ ਜੀ, ਉਹ ਸਰਟੀਫਾਈਡ ਨਰਸਿਸ ਏਡਸ ਹੁੰਦੇ ਹੈਗੇ ਆ। ਰਾਈਟ। ਉਹ ਤੁਹਾਡੀ ਹੈਲਪ ਚਾਹੀਦੀ ਆ ਘਰੇ, ਤੁਹਾਡੇ ਕੋਈ ਬਜ਼ੁਰਗ ਜਾਣਾ ਤੁਸੀਂ ਉਹ ਤੁਰ ਨਹੀਂ ਸਕਦੇ ਜਾਂ ਕਮਜ਼ੋਰ ਹੈਗੇ ਆ, ਤੇ ਤੁਸੀਂ ਉਹਨਾਂ ਨੂੰ ਕੁਝ ਟਾਈਮ ਲਈ ਹਾਇਰ ਕਰਦੇ ਹੋ ਬਾਈ ਆਵਰ। ਤੁਸੀਂ ਆਨਲਾਈਨ ਦੇਖ ਸਕਦੇ ਹੋ ਕਿਹੜੇ ਤੁਹਾਡੇ ਸਟੇਟ 'ਚ ਲਾਇਸੈਂਸ ਸਰਟੀਫਾਈਡ ਹੈਗੇ ਆ। ਬਹੁਤ ਵਧੀਆ, ਥੈਂਕ ਟਾਈਮ ਪਾਸ ਕਰਦੇ ਆ ਤੇ ਕਿਸੇ ਨੂੰ ਬੁਲਾ ਲਓ, ਤੇ ਮੈਂ ਕਹਾਂਗੀ 24 ਜਿੱਥੇ ਹੈਲਪ ਮਿਲ ਸਕਦੀ ਆ ਜ਼ਰੂਰ। ਠੀਕ ਹੈ ਨੇ, ਉਹ ਬਿਜ਼ੀ ਆ ਸਾਰੇ, ਬਹੁਤ ਕੰਮ ਕਰਦੇ ਆ, ਤੇ ਪਰ ਇਹ ਕੇਅਰਟੇਕਰ ਜੇ ਤੁਹਾਡੇ ਭੈਣ ਭਰਾ ਤੁਹਾਡੀ ਮਦਦ ਕਰ ਸਕਦੇ ਆ, ਘਰ ਦੇ ਹੈਲਪ ਕਰ ਸਕਦੇ ਆ, ਉਹ ਇੱਕ ਬਰਡਨ ਨਾ ਫੀਲ, ਲਾਇਬਿਲਿਟੀ ਨਾ ਫੀਲ ਕਰਾਉਣ ਉਸ ਬੰਦੇ ਨੂੰ, ਤੇ ਹੈਲਪ ਲੈਣ ਤੇ ਬਿਲਕੁਲ ਇਕੱਠੇ ਰਲ ਕੇ ਉਸ ਬੰਦੇ ਦੀ ਹੈਲਪ ਟੇਕ ਕੇਅਰ ਕਰਨ। ਥੈਂਕ ਯੂ ਸੋ ਮਚ ਜਸਪ੍ਰੀਤ ਫॉर ਸ਼ੇਅਰਿੰਗ। ਹੋਰ ਵੀ ਕੁਝ ਧਿਆਨ ਆਏ ਜ਼ਰੂਰ ਕਾਲ ਕਰੋ। ਹੋਰ ਪੁੱਛਦੀ ਹਾਂ ਮੈਂ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਮਿੰਦਰ ਜੀ, ਦੱਸੋ ਕੀ ਹਾਲ ਤੁਹਾਡਾ? ਬਿਲਕੁਲ ਠੀਕ, ਫਸਟ ਕਲਾਸ A1। ਦੱਸੋ ਕੀ ਕਹਿੰਦੇ ਹੋ ਅੱਜ? ਮੈਂ ਕਹਾਂਗੀ ਕਿ ਦੇਖੋ ਜਿਹੜਾ ਬਿਮਾਰ ਹੈ ਉਹ ਬੈੱਡ ਤੇ ਹੈ, ਉਹ ਹਮੇਸ਼ਾ ਲੋਨਲੀ ਫੀਲ ਕਰੇਗਾ, ਬੋਰਡਮ ਹੋਏਗੀ ਉਹਨੂੰ। ਤੇ ਪਹਿਲਾਂ ਤੇ ਮੈਂ ਚਾਹਾਂਗੀ ਕਿ ਉਹਦੀ ਲੋਨਲੀਨੈਸ ਤੇ ਬੋਰਡਮ ਹਟਾਈ ਜਾਏ, ਕਿਉਂਕਿ ਅਗਰ ਦੇਖੋ ਬਚਪਨ ਵਿੱਚ ਹਰ ਬੰਦੇ ਨੂੰ ਸ਼ੌਂਕ ਹੁੰਦਾ ਸ਼ਬਦ ਸੁਣਨ ਦਾ, ਗਾਣੇ ਸੁਣਨ ਦਾ, ਭਜਨ ਸੁਣਨ ਦਾ। ਜੇ ਅਸੀਂ ਉਹਨਾਂ ਨੂੰ ਮਿਊਜ਼ਿਕ ਸੁਣਾਈਏ ਤੇ ਥੋੜਾ ਜਿਹਾ ਅਸੀਂ ਉਹਨਾਂ ਦੀ ਬੋਰਡਮ ਲੋਨਲੀਨੈਸ ਦੂਰ ਕਰ ਸਕਦੇ ਹਾਂ। ਤੇ ਇੱਕ ਗ੍ਰੈਂਡ ਚਿਲਡਰਨ ਇਹਦੇ ਚ ਬੜਾ ਗ੍ਰੇਟ ਰੋਲ ਪਲੇ ਕਰਦੇ ਨੇ ਕਿ ਗ੍ਰੈਂਡ ਚਿਲਡਰਨ ਵੀ ਮਤਲਬ ਉਹਨਾਂ ਨਾਲ ਗੱਲਬਾਤ ਕਰਦੇ ਰਹਿਣ। ਬਾਕੀ ਇੱਕ ਇਕੱਲਾ ਕੇਅਰ ਟੇਕਰ ਨਾ ਹੋਵੇ, ਕਿਉਂਕਿ ਜਿਹੜਾ ਇਕੱਲਾ ਕੇਅਰ ਟੇਕਰ ਹੋਏਗਾ ਉਹਦੀ ਵੀ ਅਸੀਂ ਫਿਜ਼ੀਕਲ ਤੇ ਇਮੋਸ਼ਨਲ ਉਹਦੀ ਸਟੇਟ ਆਫ ਮਾਈਂਡ ਦਾ ਵੀ ਧਿਆਨ ਰੱਖਣਾ। ਅਗਰ ਉਹ ਬੈਲੈਂਸ ਨਹੀਂ ਰਹੇਗਾ ਬਿਮਾਰੀ ਦੇਖ ਦੇਖ ਕੇ, ਤੇ ਫਿਰ ਕੇਅਰ ਟੇਕਰ ਸੇਵਾ ਨਹੀਂ ਹੋ ਸਕਦੀ। ਤੇ ਇਹਦੇ ਵਿੱਚ ਸਾਨੂੰ ਹੋਰ ਫੈਮਿਲੀ ਮੈਂਬਰ ਵੀ ਇਨਵੋਲਵ ਕਰਨੇ ਪੈਣਗੇ। ਦੈਟਸ ਅ ਗ੍ਰੇਟ ਟਿਪ ਹਰਮਿੰਦਰ ਜੀ, ਕਿ ਮਤਲਬ ਸ਼ੇਅਰ ਕਰੋ, ਕੇਅਰ ਜਿਹੜੀ ਹੈ ਉਹ ਸ਼ੇਅਰ ਕਰਨ, ਪਰ ਕਈ ਵਾਰੀ ਪੋਸਿਬਿਲਿਟੀ ਨਹੀਂ ਹੁੰਦੀ। ਹਾਂਜੀ, ਬਹੁਤ ਵਧੀਆ, ਥੈਂਕ ਯੂ। ਨਹੀਂ ਅਗਰ ਨਹੀਂ ਕੋਲ ਰਹਿ ਸਕਦੇ ਤੇ ਵਿਜ਼ਿਟ ਕਰ ਸਕਦੇ ਨੇ, ਉਹਨਾਂ ਨੂੰ ਐਨਕਰੇਜ ਕਰੋ ਕਿ ਵਿਜ਼ਿਟ ਕਰਨ। ਤੁਹਾਡੀਆਂ ਵਿਜ਼ਿਟਸ ਬੜੀਆਂ ਵੈਲਿਊਬਲ ਨੇ ਸਾਡੇ ਵਾਸਤੇ, ਸਾਡੇ ਪੇਸ਼ੈਂਟ ਵਾਸਤੇ। ਉਹਨਾਂ ਨੂੰ ਰਿਲੀਫ, ਜਿਹੜਾ ਅਸਲੀ ਕੇਅਰ ਗਿਵਰ ਹੈ ਉਹਨੂੰ ਥੋੜੀ ਰਿਲੀਫ ਮਿਲ ਜਾਏਗੀ, ਤੇ ਉਹ ਵੀ ਆਪਣੀ ਸੋਸ਼ਲ ਐਕਟੀਵਿਟੀਜ਼ ਉਹ ਵੀ ਨਾ ਘਟਾਏ, ਉਹਨੂੰ ਵੀ ਬਹੁਤ ਜ਼ਰੂਰੀ ਨੇ। ਪਰ ਬੰਦੇ ਦੀ ਅਸੀਂ ਲੋਨਲੀਨੈਸ ਨੂੰ ਦੂਰ ਕਰਨਾ ਹੈਗਾ। ਅਸੀਂ ਮਿਊਜ਼ਿਕ ਸੁਣਾ ਸਕਦੇ ਹਾਂ, ਉਹਨਾਂ ਨੂੰ ਕਰ ਸਕਦੇ ਹਾਂ। ਇੱਕ ਉਹਦੇ ਤੇ ਫੇਥ, ਜਿਹੜਾ ਪੇਸ਼ੈਂਟ ਹੈ ਨਾ ਉਹਦੇ ਵਾਸਤੇ ਫੇਥ ਵੀ ਬੜਾ ਜ਼ਰੂਰੀ ਹੈ, ਕਿਉਂਕਿ ਕਈ ਵਾਰੀ ਮੈਂ ਦੇਖਿਆ ਸਾਡੇ ਮਾਤਾ ਜੀ ਜਦੋਂ ਬਿਮਾਰ ਹੋਏ ਸੀ ਲਾਸਟ ਦੇ ਵਿੱਚ ਨਹੀਂ ਸੁਣਦੇ ਸੀ, ਸਿਰਫ ਮੇਰੀ ਗੱਲ ਸੁਣਦੇ ਸਨ, ਕਿਉਂਕਿ ਉਹਨਾਂ ਨੂੰ ਫੇਥ ਸੀ ਕਿ ਮੇਰਾ ਇਹ ਕਰੇਗੀ। ਤੇ ਥੋੜਾ ਆਈ ਕਾਂਟੈਕਟ ਕਰਕੇ ਅਗਰ ਅਸੀਂ ਉਹਨਾਂ ਨਾਲ ਗੱਲ ਕਰਦੇ ਸੀ, ਕਹਿਣਾ ਮੰਨ ਜਾਂਦੇ ਸੀ। ਗੁੱਤ ਨਹੀਂ ਕਰਾਉਂਦੇ ਹੁੰਦੇ ਸੀ ਛੋਟੀ ਭੈਣ ਕੋਲੋਂ, ਤੇ ਅਸੀਂ ਜੇ ਮੈਂ ਜਾਵਾਂ ਤੇ ਮੈਂ ਗੁੱਤ ਕਰ ਲਾਂ, ਉਹਨਾਂ ਨੂੰ ਨਵਾ ਲਾਂ, ਸਭ ਕੁਝ ਕਰ ਸਕਦੀ ਸਾਂ। ਕਿਉਂ? ਦਾ ਰੀਜ਼ਨ ਵੀ ਮੈਂ ਕੋਲ ਜ਼ਿਆਦਾ ਰਹੀ, ਉਹਨਾਂ ਦਾ ਮੇਰੇ ਤੇ ਫੇਥ ਸੀ। ਤੇ ਜਿਹੜਾ ਸੇਵਾ ਕਰਦਾ ਉਹਨੂੰ ਫੇਥ ਤੇ ਟਰਸਟ ਬਣਾਉਣਾ ਬਹੁਤ ਜ਼ਰੂਰੀ ਹੈ ਪੇਸ਼ੈਂਟ ਉੱਤੇ। ਤੇ ਥੋੜਾ ਜਿਹਾ ਸਾਨੂੰ ਹੰਬਲ ਹੋਣਾ ਪਏਗਾ, ਥੋੜਾ ਜਿਹਾ, ਕਿਉਂਕਿ ਪੇਸ਼ੈਂਟ ਹਮੇਸ਼ਾ ਜਿਹੜਾ ਬੈਠ ਤੇ ਉਹਨੂੰ ਗੁੱਸਾ ਵੀ ਆਏਗਾ, ਤੇ ਥੋੜੀ ਟੋਲਰੈਂਸ ਜਿਹੜਾ ਕੇਅਰ ਗਿਵਰ ਹੈ ਉਹਨੂੰ ਥੋੜੀ ਟੋਲਰੇਟ ਵੀ ਕਰਨਾ ਚਾਹੀਦਾ ਉਹਨਾਂ ਦੀਆਂ ਗੱਲਾਂ ਨੂੰ, ਕਿਉਂਕਿ ਹਾਂਜੀ। ਥੈਂਕ ਯੂ ਸੋ ਮਚ ਹਰਮਿੰਦਰ ਜੀ, ਬਿਲਕੁਲ ਸਹੀ ਕਹਿ ਰਹੇ ਹੋ, ਕਰਨਾ ਬਹੁਤ ਕੁਝ ਚਾਹੀਦਾ, ਬਟ ਸਮ ਟਾਈਮਸ ਇਟਸ ਸੋ ਹਾਰਡ ਕਿ ਤੁਸੀਂ ਸਾਰਾ ਕੁਝ ਆਪਣਾ ਛੋੜਿਆ ਹੋਏ।
एंड बड़ी अच्छी टिप्स हैं कि बड़े सारे बंदे रल के करो, डेलीगेट करो। नहीं है ਤੁਹਾਡੇ ਕੋਲ ਕੋਈ ਫਰੈਂਡਸ ਤੋਂ ਮੰਗੋ, ਜ਼ਰੂਰ ਹੈਲਪ ਮੰਗੋ ਥੋੜੀ, ਪਰ ਕਿਤੇ ਕਿਤੇ ਦੇਖਿਆ ਹੈ ਕਿ ਫਾਈਨੈਂਸ਼ਲੀ ਤੁਸੀਂ ਆਪਣੀ ਜੌਬ ਨਹੀਂ ਜਾ ਪਾ ਰਹੇ ਕਿਉਂਕਿ ਤੁਸੀਂ ਯੂ ਹੈਵ ਟੂ ਟੇਕ ਕੇਅਰ। ਔਰ ਅਗਰ ਅੱਜ ਦੇ ਯੁੱਗ 'ਚ ਤੁਸੀਂ ਪ੍ਰਾਇਰਟਾਈਜ਼ ਕਰ ਰਹੇ ਹੋ ਕਿ ਨਹੀਂ, ਮੈਨੂੰ ਆਈ ਕਾਂਟ ਸਰਵਾਈਵ ਵਿਦਆਊਟ ਅ ਜੌਬ, ਮੈਂ ਜੌਬ ਤੇ ਜਾਣਾ ਹੀ ਪੈਣਾ। ਸੋ ਅਗਰ ਜੌਬ ਤੇ ਜਾਣਾ ਪੈਣਾ, ਯੂ ਫੀਲ ਸੋ ਗਿਲਟੀ, ਤੁਸੀਂ ਇੰਨਾ ਉਸ ਚੀਜ਼ ਦਾ ਭਾਰ ਲਿਆ ਹੁੰਦਾ ਕਿ ਮੈਂ ਛੱਡ ਕੇ ਜਾ ਰਹੀ ਹਾਂ ਜਾਂ ਮੈਂ ਉਹਨੂੰ ਪ੍ਰਾਇਰਟਾਈਜ਼ ਕੀਤਾ, ਜਦ ਕਿ ਮਜਬੂਰੀ ਹੈ। ਕੋਈ ਸ਼ਾਇਦ ਕਿਸੇ ਹੋਰ ਨੂੰ ਹੱਕ ਨਹੀਂ ਕਿ ਕੋਈ ਤੁਹਾਨੂੰ ਜੱਜ ਕਰੇ ਕਿ ਤੁਸੀਂ ਕਿਉਂ ਕਰ ਰਹੇ ਹੋ, ਪਰ ਅਸੀਂ ਆਪਣੇ ਆਪ ਨੂੰ ਹੀ ਉਸ ਦੇ ਵਿੱਚ ਕਾਫੀ ਹੱਦ ਤੱਕ ਪਰੇਸ਼ਾਨ ਕਰਦੇ ਹਾਂ ਕਿਉਂਕਿ ਸਾਡਾ ਕਲਚਰ ਇੰਜ ਹੈ। ਲੈਟ ਮੀ ਟੇਕ ਵਨ ਮੋਰ ਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਕੀ ਕਹੋਗੇ? ਮੈਂ ਆਪਣੀ ਗੱਲ ਸ਼ੇਅਰ ਕਰਾਂਗੀ ਜੀ। ਮੇਰਾ ਇਹ ਐਕਸਪੀਰੀਅੰਸ ਹੈ ਕਿ ਜਦੋਂ ਘਰ ਦੇ ਵਿੱਚ ਕੋਈ ਵੀ ਮੈਂਬਰ ਤੁਹਾਡੇ ਘਰ ਦਾ ਜੀ ਡਿਸੇਬਲ ਹੋ ਜਾਏ ਤਾਂ ਤੁਹਾਡਾ ਪੂਰਾ ਪਰਿਵਾਰ ਦੇ ਉੱਤੇ ਇਫੈਕਟ ਪੈਂਦਾ। ਬਿਲਕੁਲ ਬਿਲਕੁਲ, ਯੈਸ। ਤੇ ਘਰ ਦਾ ਹਰ ਮੈਂਬਰ, ਮੈਂ ਜਦੋਂ ਵਿਆਹ ਕਰਾਇਆ ਤੇ ਮੇਰੀ ਵਾਈਫ ਨੂੰ ਸੁਹਾਗ ਰਾਤ ਵਾਲੀ ਰਾਤ ਨੂੰ ਹੀ ਸੀਜ਼ਰ ਦਾ ਅਟੈਕ ਆ ਗਿਆ। ਔਰ ਆਈ ਵਾਸ ਅਨਨੋਨ, ਮੈਂ ਸਿਰਫ 19-20 ਸਾਲ ਦਾ ਸੀ, ਬੱਚਾ ਹੀ ਸੀ ਇੱਕ ਕਿਸਮ ਦਾ। ਰਾਈਟ, ਸੋ ਪਤਾ ਵੀ ਨਹੀਂ ਸੀ ਕਿ ਮੇਰੇ ਤੇ ਇੰਨਾ ਇਫੈਕਟ ਪਿਆ ਉਸ ਚੀਜ਼ ਦਾ ਕਿ ਮੈਂ ਜਿੰਨੇ ਦਿਨ ਹੋ ਰਹੀ ਮੈਂ ਇੰਨਾ ਡਰ ਗਿਆ ਕਿ ਕੀ ਚੀਜ਼ ਹੋਈ ਆ। ਮੈਂ ਉਹਦੇ ਲਾਗੇ ਤੱਕ ਨਹੀਂ ਗਿਆ ਔਰ ਸੁਹਾਗ ਰਾਤ ਕੋਈ ਨਹੀਂ ਮੰਨੀ। ਉਸ ਤੋਂ ਬਾਅਦ ਹੌਲੀ ਹੌਲੀ ਮੈਂ ਉਹਨੂੰ ਆਰਮੀ ਦੇ ਵਿੱਚ ਲੈ ਗਿਆ, ਉੱਥੇ ਬਹੁਤ ਉਹਦਾ ਇਲਾਜ ਕਰਾਇਆ, ਉਹਦੇ ਨਹੀਂ ਠੀਕ ਹੋਏ। ਮੈਂ ਉਧਰੋਂ ਕੰਮ ਤੋਂ ਆਉਣਾ ਆਰਮੀ ਵਿੱਚੋਂ, ਔਰ ਆਉਂਦੇ ਨੂੰ ਉਹਨੇ ਦੌਰੇ ਦੇ ਵਿੱਚ ਪਈ ਹੋਣਾ, ਔਰ ਫਿਰ ਇੱਕ ਬੱਚਾ ਹੋ ਗਿਆ, ਬੱਚੇ ਨੇ ਅਲੱਗ ਰੋਂਦੇ ਹੋਣਾ ਕਿ ਦੁੱਧ ਦੇ, ਛੋਟਾ ਬੱਚਾ ਦੁੱਧ ਵਾਸਤੇ ਬਿਲਖ ਰਿਹਾ। ਉਧਰ ਮਾਂ ਜਿਹੜੀ ਆ ਦੌਰੇ ਦੇ ਵਿੱਚ ਪਈ ਹੈ, ਉਧਰ ਬਾਪ ਕੰਮ ਤੋਂ ਆਇਆ ਥੱਕਿਆ ਹੋਇਆ। ਉਹ ਕੀ ਕੰਡੀਸ਼ਨ ਹੁੰਦੀ ਹੈ, ਕਈ ਵਾਰ ਕੁੰਡੀ ਲੱਗੀ ਹੈ, ਅੰਦਰ ਨਹੀਂ ਜਾ ਸਕਦੇ, ਸ਼ੀਸ਼ੇ ਤੋੜ ਕੇ ਜਾਣਾ ਪਿਆ। ਤੇ ਪੂਰਾ ਫਿਰ ਉਹਨੂੰ ਮੈਂ ਕੀ ਕੀਤਾ, ਮੈਂ ਕਿਹਾ ਮੈਂ ਤਾਂ ਆਰਮੀ ਦੀ ਨੌਕਰੀ ਨਹੀਂ ਕਰ ਪਾਵਾਂਗਾ। ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਇਹਨੂੰ ਲੈ ਜਾਓ, ਤੇ ਮੈਨੂੰ 12 ਸਾਲ ਹੀ ਨੌਕਰੀ ਕਰ ਪਾਇਆ। ਮੈਂ ਉਹਦੀ ਵਜ੍ਹਾ ਕਰਕੇ ਮੈਂ ਨੌਕਰੀ ਨਹੀਂ ਕਰ ਪਾਇਆ। ਮੇਰੀ ਲਾਈਫ ਤੇ ਐਗਜ਼ੈਕਟਲੀ, ਥੈਂਕ ਯੂ ਸੋ ਮਚ। ਤੁਸੀਂ ਆਪਣਾ ਇਹ ਗੁਰਦੀਪ ਜੀ ਸ਼ੇਅਰ ਕਰ ਰਹੇ ਹੋ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਔਰ ਕਿੰਨੀਆਂ ਇਟਸ ਸੋ ਹਾਰਡ। ਉਸ ਤੋਂ ਬਾਅਦ ਕੀ ਕੁਝ ਹੋਇਆ ਉਹ ਲੰਬੀ ਸਟੋਰੀ ਹੈ, ਉਹਨੂੰ ਫੇਸ ਕਰਨਾ ਕਿੱਦਾਂ ਕੀਤਾ, ਕੀ ਕੀਤਾ, ਕਾਫੀ ਲੰਬਾ ਹੈ। ਜੀ ਜੀ ਜੀ, ਥੈਂਕ ਯੂ ਸੋ ਮਚ ਫॉर ਸ਼ੇਅਰਿੰਗ। ਇਟਸ ਰੀਅਲੀ ਬਹੁਤ ਜਿਸ ਤਰ੍ਹਾਂ ਇਹ ਸ਼ੇਅਰ ਕਰ ਰਹੇ ਨੇ, ਕਿੰਨਾ ਸਾਰਾ ਕੁਝ ਅਪਸੈਟ ਹੋ ਸਕਦਾ ਹੈ ਕਿਉਂਕਿ ਜਿਹੜਾ ਅਰਨਿੰਗ ਮੈਂਬਰ ਹੈ ਉਹਨੂੰ ਹੀ ਕੇਅਰ ਟੇਕਰ ਵੀ ਬਣਨਾ ਪਏ ਅਗਰ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਕਿ ਕਿੰਨਾ ਜ਼ਮਾਨਾ ਐਸਾ ਆ ਗਿਆ ਕਿ ਇਟਸ ਸੋ ਹਾਰਡ ਇਨ ਦਿਸ ਵਰਲਡ ਕਿ ਔਰ ਬਿਮਾਰੀ ਤਕਲੀਫ ਉਹ ਤੇ ਪੁਰਾਣੀ ਹੋਣ ਨਹੀਂ ਵਾਲੀ, ਉਹ ਤੇ ਵਧ ਹੀ ਰਹੀ ਹੈ। ਮੈਨੂੰ ਲੱਗਦਾ ਓਵਰਆਲ ਹੈਲਥ ਕੰਡੀਸ਼ਨਸ, ਭਾਵੇਂ ਮੈਡੀਕਲ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ, ਵੀ ਆਰ ਲਿਵਿੰਗ ਲੌਂਗਰ, ਬਟ ਬਿਮਾਰੀ ਆਉਣਾ ਉਹ ਇੱਕ ਨੈਚੁਰਲ ਚੀਜ਼ ਹੈ ਜਿਹੜੀ ਕਿ ਹੋਣੀ ਹੈ। ਪਰ ਕੇਅਰ ਗਿਵਰਸ ਦੇ ਉੱਤੇ ਕਿੰਨਾ ਭਾਰ ਹੈ ਇੱਕ ਇਕੱਲੇ ਰਹਿ ਜਾਣਾ, ਔਰ ਫਿਰ ਕਿਸ ਤਰ੍ਹਾਂ ਤੁਸੀਂ ਕਰਦੇ ਹੋ, ਔਰ ਤੁਹਾਡਾ ਐਟੀਟਿਊਡ, ਤੁਹਾਡਾ ਰਿਲੇਸ਼ਨਸ਼ਿਪ ਜੋ ਤੁਸੀਂ ਕਰਦੇ ਹੋ ਮੇਕਸ ਆਲ ਦ ਡਿਫਰੈਂਸ। ਬਟ ਪਲੀਜ਼ ਮੈਂ ਇੱਕ ਆਪਣੀ ਫਰੈਂਡ ਨੂੰ ਵੀ ਬੁਲਾਇਆ ਹੈ ਜਿਹੜਾ ਕਿ ਤੁਹਾਨੂੰ ਥੋੜੀ ਇਨਫੋਰਮੇਸ਼ਨ ਵੀ ਦੇ ਸਕਦੇ ਹੈ ਵਿਚ ਮਾਈਟ ਬੀ ਹੈਲਪਫੁਲ। ਆਈ ਵਾਸ ਸੋ ਸਰਪ੍ਰਾਈਜ਼ ਕਿ ਮੈਨੂੰ ਉਸ ਪ੍ਰੋਗਰਾਮਸ ਦੇ ਬਾਰੇ ਪਤਾ ਸੀ ਬਟ ਨਾਟ ਟੂ ਮਚ। सो प्लीज़ वेलकम ज़ैफरीन हैदर। थैंक यू सो मच, वी आर सो ग्रेटफुल ज़ैफरीन के आपके टाइम के लिए आपने समय निकाला हमारे लिए। सबसे पहले सत श्री अकाल, नमस्ते एंड अस्सलाम वालेकुम अरविंद जी। थैंक यू सो मच। वेलकम। आपने मुझे बुलाया ताकि मैं जितना भी हो सके लोगों को, जितना आप मुझसे जो भी मेरे पास है वो मैं आपको बता सकूं। Oh, that's so sweet. That is so sweet. ज़ैफरीन, हम आपसे आने से पहले हम ये बातें कर रहे हैं कि कितना मुश्किल हो गया है टू टेक केयर ऑफ एवरीवन। एंड मैं 1 मिनट आप हमारे साथ जुड़िए, आपको भी पता लगेगा कैसे हम बातें कर रहे हैं। एक कॉल ले लेती हूँ। हेलो, सत श्री अकाल अरविंद जी। सत श्री अकाल बरिंदर जी, दसो की कहते हो? हाँ जी, देखो जी, गो अहेड।
You were saying something? Yeah, I was going to introduce you ज़ैफरीन दे नाल। ज़ैफरीन ये बरिंदर जी हैं, काफ़ी देर से बहुत हमारा इनका साथ बना हुआ है गलबात पे। और बरिंदर जी, you go ahead, you please tell। हाँ, देखो ਤੁਸੀਂ ਹੁਣੇ ਗੱਲ ਕੀਤੀ ਸੀ ਕਿ ਡਾਕਟਰਸ, ਨਰਸਿਸ, ਕੇਅਰ ਟੇਕਰਸ, ਸੀਨੀਅਰ ਹੋਮਸ ਜਿਹੜੇ ਨੇ ਉਹ ਪੇਸ਼ੈਂਟਸ ਦੀ ਕਿੰਨੀ ਸੋਹਣੀ ਤਰ੍ਹਾਂ ਟੇਕ ਕੇਅਰ ਕਰਦੇ ਨੇ। ਉਹ ਕਰਦੇ ਨੇ ਬਿਕੋਜ਼ ਦੇ ਗੈਟ ਪੇਡ ਫॉर ਇਟ। ਜੀ ਜੀ ਜੀ। ਮਸਲਾ ਪੈਦਾ ਹੁੰਦਾ ਹੈ when you don't get paid। ਹੁਣ ਸਵਾਲ ਇਹ ਹੈ ਕਿ ਜਦੋਂ ਅਸੀਂ ਨਵਜ਼ਾਤ ਬੱਚਾ ਪੈਦਾ ਹੁੰਦਾ ਹੈ, ਉਹ ਖਾ ਪੀ ਨਹੀਂ ਸਕਦਾ, ਮੂੰਹ 'ਚ ਕੁਝ ਪਾ ਨਹੀਂ ਸਕਦਾ, ਤੇ ਮਾਂ ਕਿਸ ਤਰ੍ਹਾਂ ਉਹਨੂੰ ਲੋੜ ਸਮਝਦੀ ਹੈ ਉਹਦੀ ਕਿ ਕਿਸ ਵੇਲੇ ਦੀ ਕੀ ਲੋੜ ਹੈ, ਕਿਸ ਲਈ ਕੀ ਦੇਣਾ ਹੈ, ਉਹਨੂੰ ਦਿੰਦੀ ਹੈ, ਉਹਨੂੰ ਨਿਗਾਹ ਰੱਖਦੀ ਹੈ, ਉਹਨੂੰ ਸਾਫ਼ ਰੱਖਦੀ ਹੈ। ਤੇ ਮਦਰ ਡਜ਼ਨਟ ਗੈਟ ਪੇਡ। ਤੇ ਲੇਕਿਨ ਉਹ ਬੱਚੇ, ਮਾਂ ਵਾਸਤੇ ਬੱਚੇ ਪਾਲਣਾ ਕੋਈ ਬੋਝ ਨਹੀਂ ਹੁੰਦਾ ਜੀ। ਤੁਸੀਂ ਜਦੋਂ ਜਵਾਨ ਹੋ ਜਾਂਦੇ ਹੋ ਜਾਂ ਤੁਹਾਡੇ ਘਰ 'ਚ ਕੋਈ ਸੀਨੀਅਰ ਬੰਦਾ ਬਿਮਾਰ ਹੋ ਜਾਏ, ਤੁਸੀਂ ਕਿੱਦਾਂ ਕੇਅਰ ਕਰਨੀ, ਉਸ ਲਈ ਲੋੜ ਹੁੰਦੀ ਹੈ ਤੁਹਾਨੂੰ ਆਪਣਾ ਕੈਰੈਕਟਰ ਦੱਸਣ ਦੀ ਕਿ ਤੁਸੀਂ ਕਿਹੋ ਜਿਹੇ ਬੰਦੇ ਹੋ। ਮੇਰੀ ਮਦਰ ਜਦੋਂ ਹੈਂਡੀਕੈਪਡ ਹੋ ਗਏ, ਮੁਹਤਾਜ ਹੋ ਗਈ ਹੈ, ਤੇ ਉਸ ਕਰਕੇ ਉਹ ਮੇਰਾ ਬੱਚਾ ਬਣ ਗਈ। I used to bathe her, I used to clean her, I used to take her out for walks on a wheelchair. I made sure that she gets enough sun, oxygen, clean air, roti, सब कुछ। ਉਹ ਕਦੀ ਅਫਸੋਸ ਕਰਦੇ ਹੁੰਦੇ ਸੀ ਤੇ ਮੈਂ ਕਹਿੰਦਾ ਸੀ ਮਾਂ ਤੋਂ ਕਿਉਂ ਘਬਰਾਨੀ ਹੈ, ਤੂੰ ਮੇਰਾ ਬੱਚਾ ਹੈ ਇਸ ਵੇਲੇ। ਤੇ ਹੁਣ ਇਸ ਵੇਲੇ ਮੈਂ ਦੌਰਾਨ ਚ ਗੁਜ਼ਰ ਰਿਹਾ ਜਦ ਕਿ ਮੇਰੀ ਵਾਈਫ ਹੈਂਡੀਕੈਪ ਹੈ। ਹੁਣ ਲੋੜ ਮੈਨੂੰ ਹੈ ਉਹਦੇ ਨਾਲ ਰਹਿਣ ਦੀ, ਉਹਦੇ ਨਾਲ ਹੱਥ ਵਟਾਉਣ ਦੀ। ਔਰ ਮੈਂ ਆਪਣੀ ਮਾਂ ਦਾ ਔਰ ਆਪਣੀ ਵਾਈਫ ਨੂੰ ਥੈਂਕ ਯੂ ਕਹਿੰਦਾ ਕਿ ਉਹਨਾਂ ਨੇ ਇੰਨਾ ਸਾਥ ਦਿੱਤਾ। ਹੁਣ ਵਾਈਫ ਦਾ ਹੱਥ ਮੈਂ ਵਟਾਉਣਾ, ਰਸੋਈ 'ਚ ਕੰਮ ਕਰਦਾ, ਘਰ ਦੇ ਸਾਰੇ ਕੰਮ ਕਰਦਾ। ਇਟਸ ਮਾਈ ਵੇ ਆਫ ਸੇਇੰਗ ਥੈਂਕ ਯੂ ਟੂ ਯੂ। ਔਰ ਮੈਂ ਉਹਨਾਂ ਦਾ ਕੇਅਰ ਕਰਦਾ, ਔਰ ਮੈਂ ਕਿਉਂਕਿ ਪਿਆਰ ਕਰਦਾ, ਮੈਂ ਸਮਝਦਾ ਜਿੰਨੀ ਹਿਫਾਜ਼ਤ ਜਾਂ ਕੇਅਰ ਮੈਂ ਕਰ ਸਕਦਾ ਕੋਈ ਨਹੀਂ ਕਰ ਸਕਦਾ। ਸੋ ਵਾਈ ਸ਼ੁਡ ਆਈ ਨਾਟ ਗਿਵ ਇਟ ਟੂ ਹਰ? ਥੈਂਕ ਯੂ She deserves it। ਯਾ। ਤੇ ਮੈਂ ਕਹਿੰਦਾ ਬੋਝ ਨਾ ਸਮਝੋ ਆਪਣਾ। Caretaking is not a boch, it is the time to show your gratitude to the people who gave you life and who took care of you. So sweet. ਇਹ ਉਹ ਵਕਤ ਹੈਗਾ, show up your character। थैंक यू सो मच ਬਰਿੰਦਰ ਜੀ। ਆਈ ਰੀਅਲੀ ਐਪਰੀਸ਼ੀਏਟ ਕਿ ਇੱਕ ਨਜ਼ਰੀਆ ਹੀ ਬਦਲਣ ਨੂੰ ਤੁਸੀਂ ਜਿਹੜੀ ਕੀਤੀ ਹੈ ਨਾ ਕਿ when we are taking care, ਉਸਨੂੰ ਨਾ ਤੇ ਬੋਝ ਸਮਝੋ, ਨਾ ਹੀ ਕਿ ਬਈ ਇਹ ਸਿਚੁਏਸ਼ਨ ਕਿਉਂ ਆਈ ਹੈ। ਇਟ ਇਜ਼ ਵੇ ਟੂ ਸੇ ਥੈਂਕ ਯੂ। ਆਈ ਐਮ ਸ਼ੋਰ ਦਿਸ ਵਿਲ ਹੈਲਪ ਮੈਨੀ ਪੀਪਲ। ਪਰ ਜਿਸ ਤਰ੍ਹਾਂ ਤੁਸੀਂ ਸਹੀ ਕਿਹਾ ਕਿ ਪੈਸੇ ਨਹੀਂ ਮਿਲਦੇ, ਮਾਂ ਦਾ ਦਿਲ ਵੱਖਰਾ ਹੈ। ਯੂ ਨੋ ਕੋਈ ਅਡਲਟ ਬੱਚਾ ਹੈ ਜਿਹੜਾ ਕਿ ਮੁਸ਼ਕਿਲ 'ਚ ਹੈਗਾ, ਕੋਈ ਐਸੀ ਪ੍ਰੋਬਲਮ ਹੈ ਜਿਹੜੀ ਪ੍ਰੋਲੋਂਗ ਜਾ ਰਹੀ ਹੈ, ਉਹ ਮੁਸ਼ਕਿਲ ਹੈ ਕਿ ਉਹਦਾ ਧਿਆਨ ਰੱਖਣਾ। ਇਹ ਪੇ ਵਾਲਾ ਜਿਹੜਾ ਚੱਕਰ ਹੈ ਨਾ, ਉਹ ਕਾਫੀ ਹੱਦ ਤੱਕ ਮੁਸ਼ਕਿਲ ਇਸ ਦੁਨੀਆ ਦੇ ਵਿੱਚ ਦੇ ਰਿਹਾ ਹੈ। ਕਿਉਂਕਿ ਤੁਸੀਂ ਆਪਣੀ ਜੌਬ ਛੋੜੋ, ਧਿਆਨ ਰੱਖੋ कि यू नो लाइक बरिंदर जी सेड, ज़ैफरीन, वी एग्री कि जो हम कर सकते हैं अपने यू नो रिलेटिव के लिए, अपने मेंबर के लिए, फैमिली मेंबर के लिए, वो हमें ट्रस्ट नहीं होता कि कोई बाहर आके वाला करेगा। बिल्कुल, आई एग्री। तो उसके बारे में आप जो प्रोग्राम हमें बता रहे थे, आई थिंक दैट इज़ परफेक्ट। तो प्लीज़ बताओ वो क्या प्रोग्राम है जो गवर्नमेंट की तरफ से एक्चुअली पूरे यूएस में है, लेकिन शी इज़ फ्रॉम अल्टीमेट केयर विच रन्स इन न्यूयॉर्क, एंड सिमिलर प्रोग्राम्स जॉर्जिया, पेंसिल्वेनिया, ये तो मैंने रिसर्च किया पर आई एम श्योर हर स्टेट में हैं। सो क्या प्रोग्राम है वो? ये प्रोग्राम सीडी पास प्रोग्राम है। जो भी फैमिली मेंबर हैं आपके बीमार हैं जी, और उनकी टेक केयर करनी है, उनकी खिदमत करनी है, आप जॉब नहीं कर सकते, आप उनकी सेवा करने के लिए हो, तो ये उन्हीं के लिए है अगर वो एलिजिबल हैं। और स्टेट की तरफ से स्टेट जो उनकी टेक केयर कर रहा है उनको पे करेगा।
पे करेगा जितनी- अपने ही फैमिली मेंबर की टेक केयर करने को। Yes, सो take care करने। जैफरीन कौन एलिजिबल, अगर पहले पेशेंट की एलिजिबिलिटी देखनी पड़ती है? द थिंग, अगर लाइक डिपेंड पेशेंट्स का मेडिकेट मेक श्योर है, क्योंकि मेडिकेट का प्रोग्राम है, ठीक तो है। मेडिकेट ही ये पे कर रहा है, Okay. ठीक है। और आगे होम केयर एजेंसी डिफरेंट है जो हायर कर लेती हैं और वो पे करती हैं, और वो ये सारा पेपर वर्क सब कुछ वो करती हैं। अच्छा, ओके ओके। सो वो अप्रूव हो गए, एक बारी पेशेंट अप्रूव हो गया तो क्या केयर, हाँ, एक दफा पेशेंट अप्रूव हो गया, हाँ, देन उसके सो केयर टेकर को भी अप्रूवल चाहिए होता है कि कौन सा केयर टेकर कर सकता है? नहीं, नहीं। ऐसा कुछ नहीं। नहीं, केयर टेकर को कोई अप्रूवल नहीं चाहिए होता। हम्म, केयर टेकर को सिर्फ एक मेडिकल एग्जाम कराना होता है, क्योंकि कंपनी उसको हायर करती है। अल्टीमेट कंपनी सेम मेडिकल एग्जाम है कि पेशेंट्स टेक केयर कर सकता है, दे आर एलिजिबल फॉर द बीमार पेशेंट्स का। तो एक ठीक है। मेडिकल एग्जाम है वो, और एप्लीकेशन फिल करनी होती है। बस And that's- दैट साउंड सिंपल। सो कौन कौन कर सकता है? क्या हस्बैंड वाइफ में स्पाउस एक नहीं। दूसरे की? नहीं, स्टेट का नहीं। प्रोग्राम है, हस्बैंड वाइफ नहीं कर सकते। नहीं कर सकते। सो नहीं। बच्चे कर सकते हैं अपने बच्चे कर- पेरेंट Yes. के लिए, और ग्रैंड किड्स कर सकते हैं, और कौन कौन कर सकता है? फैमिली फ्रेंड कर सकते हैं, नेबर्स कर सकते हैं, कजन्स कर सकते हैं, ग्रैंड डॉटर कर सकती हैं, एवरीवन एलिजिबल। ओके, जो भी जिससे पेशेंट सेटिस्फाइड है एंड हैप्पी है, राइट। इवन कि उनका, फॉर एग्जांपल जिस तरह की यहाँ लाइफ चल रही है, आपको पता है पीपल बहुत बिजी हैं, तो अगर पेशेंट्स हैप्पी है कि उसका फ्रेंड ही उसके साथ बैठ के गप्पे मार ले, साथ टेक केयर कर ले, तो देन स्टेट पे करता है, उनके Very डॉक्टर nice. विजिट पे लेके जाए। सो लेट्स रिपीट वन थिंग कि हर कोई कर सकता है, लेकिन कौन नहीं कर सकता? स्पाउस नहीं कर सकता, लाइफ पार्टनर नहीं कर सकता, हस्बैंड वाइफ नहीं कर सकता। और मैंने आई थिंक वो भी देखा था कि 21 ईयर से अगर छोटा है बच्चा, डिसेबल, हाँ यस, डिसेबिलिटी में जो बच्चे हैं 21 से अबव मॉम हायर कर लेते हैं, मदर। ठीक है, तब Father पेरेंट को मिलेगी, लेकिन 21 से अंडर यू फील के उन्होंने वैसे ही ध्यान रखना है पेरेंट ने। गॉट इट। 21 अंडर बहन भाई कर सकते हैं, अच्छा, बहन भाई कर सकते हैं। बहन भाई टेक केयर कर सकते हैं, ओके, गॉट इट गॉट इट। लेकिन हाँ, प्लीज डोंट गो एनीवेयर। सारा नु भी यही कहांगी, वी विल बी राइट बैक आफ्टर शॉर्ट ब्रेक। वेलकम बैक, सारा का फिर स्वागत है। और जैफरीन, थैंक यू सो मच अगेन, वी आर सो ग्रेटफुल फॉर योर टाइम। हम बात कर रहे थे कि हाँ, एलिजिबिलिटी केयर गिवर्स की, और आपने मुझे ध्यान है कि कहा कि मेडिकेड जो है यूजुअली इज़ इम्पॉर्टेंट, पर वो डिफरेंट स्टेट्स में डिफरेंट नाम से है। जैसे मैंने देखा है कि कैलिफोर्निया में मेडिकेल है, टेनेसी में टेने केयर है, तो डिफरेंट स्टेट्स का होगा, लेकिन एक वो है कि होना चाहिए। बट कितने पैसे मिल जाते हैं जैफरीन? इज अ रेगुलर जो रेंज है 16 से $18 per hour, and अच्छा। with medical So you start from 16, 18. That's good. Yes, and medical benefit भी दे रही है, retirement plan भी दे रही है, more benefits भी हैं, आपको कार्ड भी, LG का फोन भी, like काफी benefits हैं जो केयर गिवर है, जो टेक केयर कर रहा है उसके लिए। उसकी So in a way तरह की it's proper job है, it's a proper जी। job, but केयर गिवर को कोई ट्रेनिंग की जरूरत है इसके लिए? केयर गिवर को अगर वो फैमिली मेंबर की केयर कर रहा है तो नहीं जरूरत, अच्छा, नहीं, कोई ट्रेनिंग की जरूरत नहीं है। ओके। बट आई रिमेंबर वन ऑफ माई फ्रेंड सेड कि मैंने उस प्रोग्राम के बारे में पता किया है, लेकिन उन्होंने कहा कि मुझे ना कुछ हफ्तों के लिए बाहर जाना पड़ेगा टू टेक द ट्रेनिंग। तो ऐसा कुछ नहीं है, कोई रिक्वायरमेंट नहीं है ये? नहीं, रिक्वायर्ड नहीं है, पर अगर पर्सन एक्स्ट्रा जॉब करना चाहता है और उसको दूसरों की सर्टिफिकेशन कोई चाहिए, तो वो क्या कर सकता है, अल्टीमेट केयर उसको ये फैसिलिटी भी प्रोवाइड कर रहा है Oh, कि ट्रेनिंग good. अपनी ऑफिस में ट्रेन करें और सर्टिफिकेशन दे दें, Oh, नो nice. चार्ज। नाइस, अच्छा, नो चार्ज। सो दैट्स अ बिग थिंग टू, कि भाई तुम अपने पेरेंट या किसी की अगर ध्यान रखते हो तो तुम्हें लगता है कि दिस इज नॉट बैड, तुम किसी और का ध्यान रखना चाहते हो, लाइक यू नो केयर करना चाहते हो, तो यू टेक अ सर्टिफिकेशन एंड देन इट्स अ प्रोफेशन इटसेल्फ। दिस इज ग्रेट। पर अपने कल्चर में जैफरीन कई बार ही देखा है कि एक शर्म
another friend of mine, मैंने उनको सजेस्ट किया कि आपसे जाके मिले, वो ऐसा प्रोग्राम बता रहे हैं, तो वो कहते हाय मैं अपने ही उनके लिए पैसे थोड़ी लूँगी. सो इट्स लाइक इट स्टॉप्स देम, दे वांट टू, लेकिन कुछ है जो उनको रोकता है कि नहीं अपनी ही मदर के लिए या अपने उनके लिए मैं पैसे थोड़ी लूँगी. उनको क्या कहेंगे आप? मैं उनको सिर्फ ये सजेस्ट करूंगी कि देखें अरविंद जी, आपकी बात बिल्कुल सही है, बट द थिंग, अगर आपको लगता है कि आपको शर्म फील हो रही है तो आप वही पैसे उनको दे दो या उनके लिए गिफ्ट बाय कर लो कि वो हैप्पी हो जाए. लाइक आप अपने ऊपर ना स्पेंड करो, वो जो आप कर रहे हो आप अपनी तरफ से सेवा ही कर रहे हो ना, दिल से. क्योंकि हमारे कल्चर में तो जब तक हम सेवा ना करें तो हमें सुकून नहीं आता. हम तो ब्लेसिंग समझते हैं, ये तो ब्लेसिंग है कि हम अपने पेरेंट्स की, अपने किसी बड़े बूढ़े की इज्जत करें, उनकी सेवा करें. तो मैं बिल्कुल आपकी बात पे एग्री हूँ. तो अगर आपको लग रहा है, सो दैट्स अ ग्रेट, हाँ बहुत बढ़िया टिप है कि तुम उसको लो और उन्हीं के ऊपर खर्चो बेशक, क्योंकि खर्चा तो हो रहा है खर्चा. एंड आई एम श्योर एक हेजिटेशन ही है, अदरवाइज आई वुड बी वेरी यूजफुल. लेट मी टेक अ कॉल एंड देन विल प्रोसीड. हेलो, हाँ जी, सत श्री अकाल. हाँ जी, सत श्री अकाल अरविंद जी. सत श्री अकाल सतवन जी, थैंक यू फॉर कॉलिंग. थैंक यू फॉर टेकिंग माई कॉल. अरविंद ਜੀ, ਜਿਵੇਂ ਵਰਿੰਦਰ ਵੀਰ ਜੀ ਨੇ ਵੀ ਕਿਹਾ, ਦੇਖੋ ਆਪਣੇ ਕਲਚਰ ਦੇ ਵਿੱਚ ਜਿਹੜੀ ਸਾਡੀ ਅੰਦਰਲੀ ਇੰਟੈਂਸ਼ਨ ਹੈਗੀ ਹੈ ਨਾ ਕਿ ਸੇਵਾ ਭਾਵਨਾ, ਜਿੱਦਾਂ ਉਹਦੇ ਵਿੱਚ ਪਰਮਾਤਮਾ ਦੀ ਜੋਤ ਹੈਗੀ ਆ, ਔਰ ਇਹ ਜਿਹੜੀ ਫੀਲਿੰਗ ਹੈ ਸਾਡੀ, ਇਹ ਬਹੁਤ ਪਾਵਰਫੁਲ ਹੈਗੀ ਆ, ਬਿਕਾਜ਼ ਅਸੀਂ ਬਚਪਨ ਤੋਂ ਇਹ ਸੁਣਦੇ ਆਏ ਆ, ਦੇਖਦੇ ਆਏ ਆ, ਔਰ ਮੈਂ ਆਪਣੇ ਬਜ਼ੁਰਗਾਂ ਨੂੰ ਵੀ ਦੇਖਿਆ ਕਿ ਮੈਂ ਉਹ ਸੇਵਾ ਕਰਦੇ ਸੀ. ਪਰ ਤੁਹਾਡਾ ਵੀ ਜਿਹੜਾ ਪੁਆਇੰਟ ਹੈਗਾ, ਮੈਂ ਉਹ ਵੀ ਅੰਡਰਸਟੈਂਡ ਕਰਦੀ ਆ ਕਿ ਇੱਥੇ ਅਮਰੀਕਾ ਦੇ ਵਿੱਚ ਇਹ ਜਿਹੜੀ ਚੀਜ਼ ਹੈ, ਉੱਥੇ ਇੰਡੀਆ ਦੇ ਵਿੱਚ ਬਹੁਤ ਮਦਦ ਜਿਹੜੀ ਸੀ ਸਾਨੂੰ ਅਵੇਲੇਬਲ ਸੀਗੀ. ਕੋਈ ਵੀ ਆਂਢ ਗੁਆਂਢ ਚੋਂ ਆ ਜਾਵੇ ਜਾਂ ਕਿਸੇ ਰਿਸ਼ਤੇਦਾਰ ਨੂੰ ਬੁਲਾ ਲਓ, ਤੇ ਇੱਥੇ ਉਹ ਨਹੀਂ ਹੈ. ਸੋ ਇਹ ਜਿੱਦਾਂ ਹੁਣ ਮਤਲਬ ਮੈਂ ਆਪਣੇ ਹਸਬੈਂਡ, ਕਿਉਂਕਿ ਤੁਹਾਨੂੰ ਪਤਾ ਕਿ ਸਾਡੇ ਘਰ ਦੇ ਵਿੱਚ ਵੀ ਸਾਡੇ ਪਿਤਾ ਜੀ ਇਜ਼ ਬੈਡ ਰਿਡਨ ਐਟ ਦਿਸ ਪੁਆਇੰਟ ਜੀ. ਤੇ ਮੈਂ ਜਿੱਦਾਂ, ਪਰ ਅਸੀਂ ਆਈ ਰੀਅਲੀ ਹਰ ਰੋਜ਼ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਸਾਨੂੰ ਸਿਹਤ ਦਿੱਤੀ ਆ. ਅਸੀਂ ਇਹ ਜਿਹੜੀ ਚੀਜ਼ ਹੈ, ਸਾਡੇ ਮਾਤਾ ਜੀ ਸਾਡੀ ਬਹੁਤ ਮਦਦ ਕਰਦੇ ਆ, ਮੇਰੇ ਹਸਬੈਂਡ ਵੀ ਘਰ ਹੈਗੇ ਆ, ਬੱਚੇ ਜਿੱਦਾਂ ਸਾਡੇ ਹੈਲਪ ਕਰਦੇ ਆ, ਤੇ ਮੇਰੇ ਬ੍ਰਦਰ ਲਾ ਉਹ ਆ ਜਾਂਦੇ ਆ. ਸੋ ਇਹ ਅਸੀਂ ਰਲੇ ਮਿਲ ਕੇ ਸਾਰੇ, ਜਿੱਦਾਂ ਇਹ ਜਿਹੜਾ ਚੀਜ਼ ਜਿਹੜੀ ਆ ਇਹ ਨਿਭ ਰਹੀ ਆ. ਪਰ ਜਿਵੇਂ ਤੁਸੀਂ ਕਹਿੰਦੇ ਹੋ, ਇਹੋ ਜਿਹੇ ਬਹੁਤ ਸਿਚੁਏਸ਼ਨ ਜਿਹੜੀਆਂ ਮੈਂ ਦੇਖੀਆਂ ਜਿੱਥੇ ਉਹ ਕੰਮ ਕਰਦੇ ਆ, ਔਰ ਜਿੱਦਾਂ ਬਜ਼ੁਰਗ ਜਿਹੜੇ ਉਹਨਾਂ ਨੂੰ ਦੇਖਣਾ ਉਹਨਾਂ ਨੂੰ ਬਹੁਤ ਔਖਾ ਪੈ ਰਿਹਾ, ਕਿਉਂਕਿ ਉਹ ਜੌਬ ਛੱਡ ਨਹੀਂ ਸਕਦੇ, ਫਾਈਨੈਂਸ਼ੀਅਲੀ ਸਾਊਂਡ ਨਹੀਂ ਹੈਗੇ. ਸੋ ਮੈਂ ਇਹ ਜ਼ਰੂਰ ਕਹਾਂਗੀ ਇੱਥੇ ਕਿ ਅਗਰ ਕੋਈ ਇਹੋ ਜਿਹੀ ਸਿਚੁਏਸ਼ਨ ਹੈਗੀ ਆ ਔਰ ਹੈਲਪ ਅਵੇਲੇਬਲ ਨਹੀਂ ਹੈਗੀ, ਤਾਂ ਇਹ ਜਿਹੜੀ ਗਿਲਟ ਫੀਲਿੰਗ ਹੈਗੀ ਆ ਨਾ, ਇਹਨੂੰ ਲਿਆਉਣ ਦੀ ਜ਼ਰੂਰਤ ਨਹੀਂ. ਇਹੋ ਜਿਹੀ ਸਿਚੁਏਸ਼ਨਸ ਵੀ ਮੈਂ ਦੇਖੀਆਂ ਜਿੱਥੇ ਉਹਨਾਂ ਨੂੰ ਅਸਿਸਟੈਂਟ ਲਿਵਿੰਗ ਵਿੱਚ ਜਾਂ ਨਰਸਿੰਗ ਹੋਮ 'ਚ ਛੱਡਣਾ ਪਿਆ, ਪਰ ਵੱਧ ਤੋਂ ਵੱਧ ਸਮਾਂ ਜਿੰਨਾ ਵੀ ਦੇ ਸਕਦੇ ਸੀ ਉਹ ਉੱਥੇ ਦਿੱਤਾ, ਔਰ ਉਹਨਾਂ ਨੂੰ ਦੱਸਿਆ ਕਿ ਕਿਸ ਸਿਚੁਏਸ਼ਨ ਕਰਕੇ ਹੈ. ਜੇ ਬਜ਼ੁਰਗ ਨੂੰ ਜਾਂ ਕਿਸ ਨੂੰ ਸਿੱਟ ਨਹੀਂ ਦੇਣਾ, ਜੋ ਦਾ ਆਈਡੀਆ ਇਸ ਕਿ ਅਸੀਂ ਆਪਣੇ ਉਹਨਾਂ ਦਾ ਜਿਹੜਾ ਅੰਦਰੋਂ ਪ੍ਰੇਮ ਤੇ ਸਤਿਕਾਰ ਆ, ਉਹ ਜਿਹੜਾ ਹੈਗਾ ਉਹਦੇ ਨਾਲ ਜੁੜੇ ਰਹੀਏ ਔਰ ਇਹ ਚੱਲਦੇ ਰਹੀਏ. ਔਰ ਆਈ ਵਾਂਟ ਟੂ ਥੈਂਕ ਜੈਫਰਿਨ, because the suggestion that she is giving, I think they're going to help the community members a lot. ਇਹਨਾਂ 'ਚ ਮੈਂ ਵੀ ਕਾਫੀ ਸਿੱਖਿਆ. ਸੋ ਜਿੱਦਾਂ ਮੈਨੂੰ ਵੀ ਅੱਗੇ ਕਿਸੇ ਦੀ ਮਦਦ ਕਰਨ ਦਾ ਸਮਾਂ ਮਿਲੇਗਾ, I can always definitely pass on what she's passing to us. Thank you for bringing her. Thank you so much ਸਤਵੰਤ ਜੀ, thank you, really appreciate. ਕਿਉਂਕਿ ਉਹ ਬਿਲਕੁਲ ਸਹੀ ਹੈ ਕਿ ਇੱਕ ਕਾਫੀ ਮੈਂਬਰਸ ਦਾ ਇਕੱਠਾ ਰੋਲ, ਜਿਵੇਂ ਸਤਵੰਤ ਜੀ ਕਹਿ ਰਹੇ ਕਿ ਸਾਰੇ ਰਲ ਕੇ ਅਸੀਂ ਕਰ ਰਹੇ ਹਾਂ, ਐਂਡ ਬੀਇੰਗ ਗ੍ਰੇਟਫੁਲ ਕਿ ਸਾਨੂੰ ਇਹ ਮੌਕਾ ਮਿਲਿਆ ਸੇਵਾ ਦਾ, ਇਹ ਸਾਡੇ ਕਲਚਰ 'ਚ ਇਨਗ੍ਰੇਨਡ ਹੈ. ਬਟ ਉਹੀ ਜਿਵੇਂ ਜ਼ੈਫਰਿਨ ਤੁਸੀਂ ਕਹਿ ਰਹੇ ਹੋ, ਲੈਟ ਮੀ ਟੇਕ ਵੀ ਹੈਵ ਟੂ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ, ਡੋਂਟ ਗੋ ਐਨੀਵੇਅਰ. हाँ जी, वापस ਤੁਹਾਡਾ ਸਵਾਗਤ ਹੈ ਐਂਡ ਵਾਂਸ ਅਗੇਨ ਥੈਂਕ ਯੂ ਫॉर ਤੁਸੀਂ ਟਾਈਮ ਕੱਢਿਆ ਇਸ ਵਾਸਤੇ, ਕਿਉਂਕਿ ਬੜੀ ਜ਼ਰੂਰੀ ਹੈ. ਅਸੀਂ ਇਸ ਰਾਹੀਂ ਤੁਸੀਂ ਜਿਹੜੀ ਇਨਫੋਰਮੇਸ਼ਨ ਦੇ ਰਹੇ ਹੋ, ਐਂਡ ਆਈ ਐਗਰੀ ਕਿ ਇਨਫੋਰਮੇਸ਼ਨ ਇਜ਼ ਪਾਵਰ, ਜਿਵੇਂ ਜਸਪ੍ਰੀਤ ਨੇ ਵੀ ਕਿਹਾ ਸੀ ਕਿ ਇਨਫੋਰਮੇਸ਼ਨ, ਯੂ ਆਰ ਐਮਪਾਵਰਿੰਗ ਪੀਪਲ ਬਾਈ ਗਿਵਿੰਗ ਦਿਸ ਇਨਫੋਰਮੇਸ਼ਨ. ਔਰ ਵਾਕਈ
ਯੂ نو ਮੇਰਾ ਇਸ ਵੇਲੇ ਇਹ ਹੈ ਕਿ ਸਾਰੇ ਕੇਅਰ ਗਿਵਰਸ ਕਹਿਣਾ ਵਿੱਚ ਲੱਗਦਾ ਹੈ ਕਿ ਯੂ نو ਕਰਨਾ ਚਾਹੀਦਾ ਹੈ, ਸੇਵਾ ਭਾਵਨਾ ਹੋਣੀ ਚਾਹੀਦੀ ਹੈ ਜਾਂ ਇਸ ਵੇਲੇ, ਬਟ ਜਦੋਂ ਲੰਬਾ ਖਿੱਚ ਜਾਂਦਾ ਹੈ ਨਾ, ਮਾਈ ਹਗਸ ਗੋ ਟੂ ਆਲ ਦੋਜ਼ ਪੀਪਲ ਜੋ ਇਸ ਸਿਚੁਏਸ਼ਨ 'ਚ ਹੈਗੇ ਹੈ ਜਾਂ ਰਹੇ ਹੈ ਕਦੀ, ਕਿਉਂਕਿ ਇਟਸ ਨॉट ਈਜ਼ੀ, ਇਟਸ ਡੈਫੀਨੇਟਲੀ ਨॉट ਈਜ਼ੀ। ਯੂ نو ਆਪਣੇ ਆਪ ਨੂੰ ਇਹ ਕਹਿਣਾ ਕਿ ਹਾਂ ਥੈਂਕ ਯੂ, ਦਿਸ ਇਜ਼ ਮਾਈ ਵੇ ਆਫ ਸੇਇੰਗ ਥੈਂਕ ਯੂ, ਜਿਵੇਂ ਬਰਿੰਦਰ ਜੀ ਨੇ ਕਿਹਾ ਜਾਂ ਸਤਵੰਤ ਜੀ ਨੇ ਜਿਵੇਂ ਕਿਹਾ ਕਿ ਸੇਵਾ ਦਾ ਮੌਕਾ ਮਿਲਿਆ, ਨਹੀਂ ਆਈ ਟੋਟਲੀ ਅੰਡਰਸਟੈਂਡ ਦੈਟ ਪਾਰਟ, ਬਟ ਡੇ ਇਨ ਐਂਡ ਡੇ ਆਊਟ ਤੁਸੀਂ ਜਦੋਂ ਕਿਸੇ ਦਾ ਧਿਆਨ ਰੱਖਣਾ ਹੈ ਜਿਹੜਾ ਆਪਣਾ ਧਿਆਨ ਨਾ ਰੱਖ ਸਕੇ, ਐਂਡ ਹੀ ਇਜ਼ ਨੋ ਮੋਰ ਅ ਚਾਈਲਡ, ਉਹ ਜਿਹੜੀ ਹੈ ਨਾ ਸਾਰੀਆਂ ਚੀਜ਼ਾਂ ਆਈ ਐਮ ਸ਼ੋਰ ਉਹ ਐਡਵਰਸਿਟੀ ਹੈ ਜਿਹੜੀ ਕਿ ਸਾਨੂੰ ਉੱਚਾ ਮੌਕਾ ਵੀ ਮਿਲਦਾ ਹੈ ਕਿ ਅਸੀਂ ਉਸ ਆਪਣੀ ਸੈਲਫਿਸ਼ਨੈਸ ਤੋਂ ਆਪਣੀਆਂ ਚੀਜ਼ਾਂ ਤੋਂ ਉੱਠ ਸਕੀਏ, ਬਟ ਸਮਹਾਉ ਇਟ ਇਜ਼ ਡਿਫਿਕਲਟ। ਬਟ ਥੈਂਕ ਯੂ ਜ਼ੈਫਰੀਨ ਕਿ ਤੁਸੀਂ ਉਹਨੂੰ ਆਸਾਨ ਬਣਾ ਰਹੇ ਹੋ ਕਿ ਯੂ ਨੋ ਪੇ ਮਨੀ ਕਾਂਟ ਡੂ ਐਵਰੀਥਿੰਗ, ਬਟ ਡੈਫੀਨੇਟਲੀ ਇਟ ਕੈਨ ਡੂ ਸਮਥਿੰਗ, ਐਂਡ ਉਹ ਸਮਥਿੰਗ ਦੇ ਵਿੱਚ ਇਹ ਹੈ ਕਿ ਤੁਸੀਂ ਜਿਵੇਂ ਕਿਹਾ ਪੇਰੈਂਟ ਨਾਲ ਜਾਂ ਜਿਹਦਾ ਧਿਆਨ ਰੱਖ ਰਹੇ ਹੋ, ਨੇਬਰ ਹੈ ਕੋਈ ਹੈ, ਉਹਦੇ ਨਾਲ ਹੀ ਸ਼ੇਅਰ ਕਰ ਲਓ ਭਾਵੇਂ, ਅਗਰ ਇੰਨਾ ਹੀ ਤੁਸੀਂ ਸੋਚ ਰਹੇ ਹੋ। ਇੱਕ ਹੋਰ ਕੁਇਕਲੀ ਆਈ ਵਾਂਟ ਟੂ ਆਸਕ, ਜਿੱਥੇ ਬਹੁਤ ਸਾਰੇ ਮੈਂਬਰਸ ਨਹੀਂ ਅਵੇਲੇਬਲ, ਇੱਕ ਮੈਂਬਰ ਹੈ ਉਹ ਜੌਬ ਵੀ ਕਰ ਰਿਹਾ, ਹੋ ਸਕਦਾ ਕਿ ਉਹ ਕੁਝ ਪੈਸੇ ਉਹਨੂੰ ਮਿਲਣ ਕਿ ਉਹ ਮੈਂ ਸ਼ਾਮ ਨੂੰ ਆ ਕੇ ਮੈਂ ਇਹ ਧਿਆਨ ਰੱਖਦਾ ਉਹਦਾ, इज इट पॉसिबल कि शेड्यूल पॉसिबल, फ्लेक्सिबल आवर, फ्लेक्सिबल, जो वो टाइम पे चाहता है आके वो टेक केयर करता है एंड देन पे करते हैं। ओके ओके, सो जॉब ना हो कुछ और हो लेकिन ये कर सकते हैं कि मैं शाम को जाता हूँ और मैं ये ध्यान रखता हूँ, सुबह कॉलेज जा रहे हो उसके बाद वो शाम को अपने पेरेंट्स की टेक केयर कर सकते हैं। ओके ओके, बहुत बढ़िया, दैट्स अ ग्रेट हेल्प। सो एनीथिंग जाते जाते क्या कहोगे ज़ैफरीन? मैं जाते जाते बस थैंक्स फॉर एवरीवन एंड थैंक्स फॉर अरविंद जी, आपने मुझे बुलाया। सेवा करना चाहती हूँ अपने ही लोगों की हेल्प करना चाहती हूँ, और मेरे थ्रू जो भी सेवा हो सकती है मुझे बहुत अच्छा लगे। That's really good and I know personally, क्योंकि मैं ज़ैफरीन को जानती हूँ कि इसके वो जो भावना है ना, जब भी वो किसी की हेल्प कर सकती है ना, वो she sleeps better, उसका सुकून है वो, यू नो, वो उसकी रूह से आवाज़ आ रही है जब वो कहती है कि मैं सेवा करना चाहती हूँ। सो आई विल डेफिनेटली इनकरेज सारों को, कोई इन्फॉर्मेशन चाहिए कोई है, ज़रूर उसका नंबर भी आ रहा है, उसको कॉल करो, वो सारी आपकी हेल्प करेगी, कुछ भी, यू नो। सो कोई ऑब्लिगेशन नहीं है, छोटा बड़ा कोई भी सवाल हो, डोंट थिंक कि मुझे पूछना नहीं है, गो हैड कॉल दिस नंबर एंड ज़रूर पूछिए। थैंक यू सो मच ज़ैफरीन फॉर कमिंग हियर टुडे। लेकिन आज मैं ये भी कल के बारे में ज़रूर सबको बता दूं कि बहुत ही यू नो एक बड़े ही ऐसे इंसान आ रहे हैं हमारे पास जो मिशेलिन स्टार शेफ़ हैं, विकास खन्ना। सो प्लीज़ ज़रूर ज्वाइन करना उनकी अचीवमेंट्स। मैं उर्दू से मैं बोल रही थी ना ज़ैफरीन के साथ, तो वो ही चल रहा है, बट हाँ ਉਹਨਾਂ ਦੀਆਂ ਅਚੀਵਮੈਂਟਸ ਜਿਹੜੀਆਂ ਉਹਨਾਂ ਦੇ, ਮੈਂ ਜਦੋਂ ਖਾਸ ਤੌਰ ਤੇ ਉਹਨਾਂ ਨੂੰ ਲਿਆਉਣ ਵਾਸਤੇ ਮੈਂ ਉਹਨਾਂ ਦੇ ਬਾਰੇ ਪੜ੍ਹ ਰਹੀ ਸੀ ਤੇ ਉਹਨਾਂ ਦੀਆਂ ਇੰਨੀਆਂ ਬੁੱਕਸ, ਉਹਨਾਂ ਦੀਆਂ, ਹੀ ਇਜ਼ ਅ ਫਿਲਮ ਮੇਕਰ, ਆਥਰ, ਸ਼ੈਫ ਤੋਂ ਸਭ ਨੂੰ ਪਤਾ ਹੀ ਹੈ, ਮਿਸ਼ੇਲਿਨ ਸਟਾਰ ਸ਼ੈਫ ਨੇ, ਜਿਹੜੇ ਕਿ ਕੋਈ ਇੰਡੀਅਨ ਨੂੰ ਮਿਲਦਾ ਹੀ ਨਹੀਂ ਉਹ ਵਾਲਾ ਸਟੇਟਸ, ਬਟ ਬਿਗ ਫਿਲੈਂਥ੍ਰੋਪਿਸਟ, एक्टिविस्ट। सो इन्ना कुछ वो किस तरह इकट्ठे हैगे, और बहुत ही आई एम रियली ग्रेटफुल कि वो साढ़े वास्ते टाइम कढ़ रहे ने। वो भी आई वुड लव टू से कि आई एम ग्रेटफुल टू माई हसबैंड सुखप्रीत, क्योंकि उन्होंने फ्रेंड हैं, तो मिडल ऑफ द डे बहुत कुछ करने के बावजूद इस वास्ते टाइम कढ़ रहे ने। पर तुसी सारे ज़रूर ज्वाइन करो कल नूं, ताकि असीं उन्हां दा स्वागत पूरी तरह कर सकीए ते उन्हां नाल गल कर सकीए। आज वास्ते ज़ैफरीन थैंक यू सो मच, आई एम रियली एप्रीशिएटिंग कि तुसी साडे नाल आए और सारी इन्फॉर्मेशन दित्ती। आज वास्ते इन्ना ही, सत श्री अकाल।